ਵਾਹਿਗੁਰੂ 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 ਵਾਹਿਗੁਰੂ। ਸ੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ ਮਹੱਲਾ ਪੰਜਵਾ। ਮੋਹਿ ਮਸਕੀਨ ਪ੍ਰਭ ਨਾਮ ਆਧਾਰ, ਖਾਟਨ ਕਉ ਹਰ ਹਰ ਰੋਜਗਾਰ। ਮੋਹਿ ਮਸਕੀਨ ਪ੍ਰਭ ਨਾਮ ਆਧਾਰ, ਖਾਟਨ ਕਉ ਹਰ ਹਰ ਰੋਜਗਾਰ। ਸੰਚਨ ਕਉ ਹਰ ਏਕੋ ਨਾਮ, ਹਲਤ ਪਲਤ ਤਾਕੈ ਆਵੈ ਕਾਮ। ਨਾਮ ਰਤੇ ਪ੍ਰਭ ਰੰਗ ਅਪਾਰ, ਨਿਰੰਕਾਰ। ਰਹਾਉ ਸਾਧ ਕੀ ਸੋਭਾ ਆਤਮ ਸਕੀਨੀ, ਸੰਤ ਵਡਾਈ ਹਰ ਜਸ ਚੀਨੀ। ਆਨੰਦ ਸੰਤਨ ਕੈ ਭਗਤ ਗੋਵਿੰਦ, ਸੂਖ ਸੰਤਨ ਕੈ ਬਿਨਸੀ ਚਿੰਦ। ਜਹ ਸਾਧ ਸੰਤਨ ਹੋਵਹਿ ਇਕੱਤਰ, ਤਹ ਹਰ ਜਸ ਗਾਵਹਿ ਨਾਦ ਕਵਿੱਤਰ। ਸਾਧ ਸਭਾ ਮਹਿ ਆਨੰਦ ਬਿਸਰਾਮ, ਓਨ ਸੰਗ ਸੋ ਪਾਏ ਜਿਸ ਮਸਤਕ ਕਰਾਮ। ਦੋਏ ਕਰ ਜੋੜ ਕਰੀ ਅਰਦਾਸ, ਚਰਨ ਪਖਾਰ ਕਹਾਂ ਗੁਣ ਤਾਸ। ਪ੍ਰਭ ਦਇਆਲ ਕਿਰਪਾਲ ਹਜੂਰ, ਨਾਨਕ ਜੀਵੈ ਸੰਤਾ ਧੂਰ। ਪ੍ਰਭ ਦਇਆਲ ਕਿਰਪਾਲ ਹਜੂਰ, ਨਾਨਕ ਜੀਵੈ ਸੰਤਾ ਧੂਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗੋਦ ਵਿੱਚ, ਗੁਰੂ ਪਿਆਰ ਸ਼ਰਧਾ ਸਤਿਕਾਰ ਵਿੱਚ ਭਾਵਨਾ ਸਾਹਿਤ ਨਿਤਾ ਪ੍ਰਤੀ ਦੀ ਤਰ੍ਹਾਂ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ ਦੇ ਪਾਵਨ ਪਵਿੱਤਰ ਅਸਥਾਨਾਂ 'ਤੇ ਨਤਮਸਤਕ ਹੁੰਦਿਆਂ ਹੋਇਆ ਸਤਿਗੁਰੂ ਜੀ ਦੇ ਪਵਿੱਤਰ ਸਰੋਵਰਾਂ ਵਿੱਚ ਟੁੱਬੀਆਂ ਲਾਉਂਦਿਆਂ ਹੋਇਆ ਅੰਮ੍ਰਿਤ ਵੇਲੇ ਦੀ ਸੰਭਾਲ ਕਰਦੇ ਆ। ਸਤਿਗੁਰੂ ਜੀ ਦੀ ਅੰਮ੍ਰਿਤਮਈ ਬਾਣੀ ਦੇ ਘੁੱਟ ਕੰਨਾਂ ਦੇ ਕਟੋਰਿਆਂ ਨਾਲ ਭਰ ਰਹੇ, ਗੁਰੂ ਪ੍ਰੇਮ ਵਿੱਚ ਗੁੜੁੰਦ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੇ ਸਮੂਹ ਹਾਜ਼ਰੀਨ ਅਤੇ ਆਪਣੇ ਆਪਣੇ ਘਰਾਂ ਵਿੱਚ ਬੈਠ ਕੇ ਮੀਡੀਏ ਦੇ ਰਾਹੀਂ ਗੁਰੂ ਕੀ ਬਾਣੀ ਦਾ ਲਾਹਾ ਪ੍ਰਾਪਤ ਕਰ ਰਹੇ ਸਮੂਹ ਗੁਰਸਿੱਖ ਸਤਸੰਗੀ ਜਨੋ, ਸਤਿਗੁਰੂ ਜੀ ਨੇ ਤਰੁੱਟ ਕੇ ਬਖਸ਼ਿਸ਼ ਕੀਤੀ। ਅੱਜ ਦਾ ਸਾਨੂੰ ਇਹ ਸੁਭਾਗ ਘੜੀਆਂ ਨਸੀਬ ਹੋਈਆਂ ਗੁਰੂ ਕੀ ਗੋਦ ਵਿੱਚ ਬੈਠ ਕੇ
ਗੁਰੂ ਕੇ ਪਿਆਰ ਵਿੱਚ ਬੈਠ ਕੇ ਭਾਵਨਾ ਸਹਿਤ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਬਾਣੀ ਨੂੰ ਸਰਵਣ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਤੇ ਸਤਿਗੁਰੂ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪ੍ਰਕਾਸ਼ਮਾਨ ਹੋ ਕਰਕੇ ਜੋ ਸਾਨੂੰ ਬਖਸ਼ਿਸ਼ ਰੂਪ ਵਿੱਚ ਪਾਵਨ ਪਵਿੱਤਰ ਹੁਕਮਨਾਮਾ ਬਖਸ਼ਿਸ਼ ਕੀਤਾ, ਉਸ ਦੀ ਵਿਚਾਰ ਸਾਂਝੀ ਕਰਨ ਲਈ ਆਓ ਸਾਰੀਆਂ ਸਿੱਖ ਸੰਗਤਾਂ ਪ੍ਰੇਮ ਵਿੱਚ ਭਿੱਜ ਕੇ, ਇੱਕ ਪਿਆਰ ਵਿੱਚ ਭਿੱਜ ਕੇ ਸੰਗਤ ਜੀ ਅਸੀਸ ਬਖਸ਼ਿਸ਼ ਕਰਨੀ, ਕਿਉਂਕਿ ਸੰਗਤ ਦੀ ਅਸੀਸ ਵਿੱਚ ਇੰਨਾ ਬਲ ਹੈ, ਇੰਨੀ ਸ਼ਕਤੀ ਹੈ, ਇੰਨੀ ਤਾਕਤ ਹੈ ਕਿ ਜਿਹੜਾ ਵੀ ਕੋਈ ਬੁਲਾਰਾ ਗੁਰੂ ਕੀ ਗੱਲ ਨੂੰ ਕਰਨ ਦੇ ਸਮਰੱਥ ਹੋ ਪਾਉਂਦਾ ਹੈ। ਇਹ ਗੁਰੂ ਕੀ ਗੋਦ ਵਿੱਚ ਬੈਠ ਕੇ ਇੱਕ ਵਾਰ ਸਾਰੀਆਂ ਸੰਗਤਾਂ ਗੁਰੂ ਚਰਨਾਂ ਵਿੱਚ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਵਾਰ ਫਿਰ ਭਿੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ ਮਹੱਲਾ ਪੰਜਵਾਂ। ਸਤਿਗੁਰੂ ਜੀ ਨੇ ਸ਼ਹੀਦੀ ਪਰੰਪਰਾ ਦੇ ਅਮੀਰ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ ਇਹ ਪਾਵਨ ਪਵਿੱਤਰ ਅੰਮ੍ਰਿਤ ਬਚਨ ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 676 ਪੰਨੇ ਦੇ ਉੱਤੇ ਸੁਭਾਈਮਾਨ ਹੈ ਤੇ ਇਸ ਸ਼ਬਦ ਨੂੰ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਸਾਡੀ ਝੋਲੀ ਵਿੱਚ ਜੋ ਪਾਇਆ ਇਹ ਰਾਗ ਧਨਾਸਰੀ ਦੇ ਅੰਦਰ ਸ਼ਸ਼ੋਭਤ ਹੈ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਆਓ ਪਹਿਲੀਆਂ ਪੰਕਤੀਆਂ ਸਰਵਣ ਕਰੀਏ। ਮੋਹਿ ਮਸਕੀਨ ਪ੍ਰਭ ਨਾਮ ਆਧਾਰ। ਸਤਿਗੁਰੂ ਜੀ ਦੀ ਅੰਮ੍ਰਿਤ ਬਚਨ ਸਾਡੇ ਜੀਵਨ ਦਾ ਆਸਰਾ। ਹਰ ਮਨੁੱਖ ਨੇ ਆਪਣੇ ਜੀਵਨ ਦਾ ਆਸਰਾ ਕੋਈ ਨਾ ਕੋਈ ਬਣਾ ਕੇ ਰੱਖਿਆ ਹੈ। ਕਿਸੇ ਨੇ ਕਿਸੇ ਸ਼ਕਤੀ ਦਾ ਆਸਰਾ ਲਿਆ ਹੈ, ਕਿਸੇ ਨੇ ਰਾਜ ਸ਼ਕਤੀਆਂ ਦਾ ਆਸਰਾ ਤੱਕਿਆ ਹੈ, ਕਿਸੇ ਨੇ ਆਸਰਾ ਧਨ ਦਾ ਤੱਕਿਆ ਹੈ, ਕਿਸੇ ਨੇ ਆਸਰਾ ਧੀਆਂ ਪੁੱਤਰਾਂ ਦਾ ਤੱਕਿਆ ਹੈ। ਪਰ ਇਹ ਸਾਰੇ ਆਸਰੇ ਕਈ ਵਾਰ ਸਾਥ ਛੱਡ ਜਾਂਦੇ ਹੈ। ਰਾਜ ਸ਼ਕਤੀਆਂ ਦੇ ਆਸਰੇ ਵੀ ਮਨੁੱਖ ਦਾ ਸਾਥ ਛੱਡ ਜਾਂਦੇ ਨੇ। ਕਈ ਵਾਰ ਮਨੁੱਖ ਦਾ ਧਨ ਵੀ ਜਿਹੜਾ ਹੈ ਸਾਥ ਛੱਡ ਜਾਂਦਾ ਹੈ ਤੇ ਕਈ ਵਾਰ ਮਨੁੱਖ ਦੇ ਧੀਆਂ ਪੁੱਤਰ ਵੀ ਸਾਥ ਛੱਡ ਜਾਂਦੇ ਆ ਸੰਸਾਰ ਵਿੱਚ ਰਹਿੰਦਿਆਂ। ਦਰਗਾਹ ਵਿੱਚ ਤਾਂ ਇਹਨਾਂ ਨੇ ਕੰਮ ਭਾਵੇਂ ਆਉਣਾ ਹੀ ਨਹੀਂ। ਮੈਂ ਇਸ ਲੋਕ ਦੀ ਗੱਲ ਕਰਦਾ ਹਾਂ, ਪਰਲੋਕ ਦੀ ਗੱਲ ਨਹੀਂ ਕਰਦਾ। ਪਰਲੋਕ ਵਿੱਚ ਵੀ ਇਹ ਚੀਜ਼ਾਂ ਸਾਥ ਨਹੀਂ ਦਿੰਦੀਆਂ, ਪਰ ਮਨੁੱਖਾਂ ਨੇ ਆਸਰਾ ਇਹਨਾਂ ਚੀਜ਼ਾਂ ਦਾ ਆਪਣਾ ਬਣਾ ਕੇ ਰੱਖਿਆ ਤੇ ਉਸ ਆਸਰੇ ਦੇ ਅਧੀਨ ਹੋ ਕੇ ਕਈ ਵਾਰ ਮਨੁੱਖ ਆਪਣੇ ਜੀਵਨ ਦੇ ਜ਼ਿੰਦਗੀ ਦੇ ਬੜੇ ਕੀਮਤੀ ਪਲ ਜਿਹੜੇ ਹੈ ਉਹ ਅਜਾਈਂ ਗਵਾ ਲੈਂਦਾ ਹੈ। ਤਾਂ ਹੀ ਤਾਂ ਸਾਹਿਬ ਨੇ ਕਿਹਾ ਹੈ ਨਾ, ਬੀਤ ਜਹਿ ਬੀਤ ਜਹਿ। ਸਤਿਗੁਰੂ ਜੀ ਕਹਿੰਦੇ ਉਹ ਭਲਿਆ ਪੁਰਸ਼ਾ ਬੀਤਦਾ ਜਾਂਦਾ ਈ, ਬੀਤਦਾ ਜਾਂਦਾ ਈ। ਕੀ ਜਨਮ ਅਕਾਜ ਰੇ, ਤੇਰਾ ਅਜਾਈਂ ਜੀਵਨ ਬੀਤਦਾ ਜਾਂਦਾ ਏ। ਬਹੁਤ ਸਾਰੀ ਜਿਹੜੀ ਤੂੰ ਭੱਜ ਦੌੜ ਕਰੀ ਬੈਠਾ ਏ, ਜਿਨ੍ਹਾਂ ਆਸਰਿਆਂ ਨੂੰ ਆਪਣੇ ਜੀਵਨ ਦਾ ਆਸਰਾ ਮੰਨੀ ਬੈਠਾ ਏ, ਇਹਨਾਂ ਚੋਂ ਕੋਈ ਵੀ ਆਸਰਾ ਤੇਰਾ ਸਾਥ ਦੇਣ ਵਾਲਾ ਨਹੀਂ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਤਾਂ ਹੀ ਕਿਹਾ ਨਾ, ਸਾਚਾ ਨਾਮ ਮੇਰਾ ਆਧਾਰੋ। ਸਾਡੇ ਜੀਵਨ ਦਾ ਜਿਹੜਾ ਆਸਰਾ ਹੈ ਉਹ ਕੀ ਹੈ? ਪਰਮਾਤਮਾ ਦਾ ਨਾਮ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਆਪ ਜੀ ਨਿਤਾ ਪ੍ਰਤੀ ਪੜ੍ਹਦੇ ਹੋ, ਆਖਾਂ ਜੀਵਾਂ ਵਿਸਰੈ ਮਰ ਜਾਉ। ਅਸੀਂ ਜੀਵਨ ਸਾਡਾ ਤਾਂ ਹੈ ਕਿਉਂਕਿ ਪਰਮਾਤਮਾ ਦਾ ਨਾਮ ਜਪਦੇ ਹਾਂ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇੱਕ ਹੋਰ ਬੜਾ ਪਿਆਰਾ ਬਚਨ ਕੀਤਾ ਹੈ ਕਿ ਜਿਹੜੇ ਮਨੁੱਖ ਪਰਮਾਤਮਾ ਨੂੰ ਭੁੱਲ ਜਾਂਦੇ ਨੇ, ਜਿਹੜੇ ਮਨੁੱਖ ਰੱਬ ਨੂੰ ਭੁੱਲ ਜਾਂਦੇ ਨੇ, ਸਰੀਰਕ ਤੌਰ ਤੇ ਭਾਵੇਂ ਜਿੰਦੇ ਵੀ ਹੋਣ ਉਹਨਾਂ ਨੂੰ ਮਰੇ ਹੋਏ ਸਮਝੋ। ਸਤਿਗੁਰੂ ਜੀ ਕਹਿੰਦੇ ਸਰੀਰਕ ਤੌਰ ਤੇ ਭਾਵੇਂ ਜਿੰਦੇ ਹੋਣ, ਜੀ ਰਹੇ ਹੋਣ, ਪਰ ਉਹ ਆਤਮਿਕ ਤੌਰ ਤੇ ਮਰ ਚੁੱਕੇ ਮੰਨੋ। ਮਰਣੰ ਬਿਸਰਣੰ ਗੋਬਿੰਦ ਹੈ। ਜਿਨ੍ਹਾਂ ਨੂੰ ਗੋ ਨਾਂ ਧਰਤੀ ਦਾ ਹੈ ਤੇ ਬਿੰਦ ਨਾਂ ਧਰਤੀ ਦੀ ਰੱਖਿਆ ਕਰਨ ਵਾਲੇ, ਉਹ ਪਰਮਾਤਮਾ ਜਿਹੜਾ ਧਰਤੀ ਦਾ ਰਖਵਾਲਾ ਹੈ। ਜਿਸ ਪਰਮਾਤਮਾ ਨੇ ਇਹ ਕਾਇਨਾਤ ਨੂੰ ਬਣਾਇਆ ਹੈ, ਸ੍ਰਿਸ਼ਟੀ ਨੂੰ ਬਣਾਇਆ ਤੇ ਇਹਨੂੰ ਚਲਾਉਣ ਲਈ ਕਈ ਪਦਾਰਥ ਬਣਾਏ ਨੇ।
ਇਸ ਸੰਸਾਰ ਨੂੰ ਚਲਾਉਣ ਦੀ ਜਿਹੜੀ ਸਮਰੱਥਾ ਰੱਖਦਾ, ਬਣਾਉਣ ਦੀ ਸਮਰੱਥਾ ਰੱਖਦਾ, ਜਿਹਦੇ ਕੋਲ ਇੰਨੀ ਸ਼ਕਤੀ ਹੈ ਕਿ ਉਹ ਚਾਹਵੇ ਤੇ ਇਹ ਸਾਰੀ ਸ੍ਰਿਸ਼ਟੀ ਨੂੰ ਇੱਕ ਅੱਖ ਦੇ ਝਮੱਕੇ ਵਿੱਚ ਨਾਸ਼ ਕਰ ਸਕਦਾ ਹੈ, ਤੇ ਉਹ ਚਾਹਵੇ ਤੇ ਇਹ ਸਾਰੀ ਸ੍ਰਿਸ਼ਟੀ ਨੂੰ ਇੱਕ ਅੱਖ ਦੇ ਝਮੱਕੇ ਵਿੱਚ ਬਣਾ ਸਕਦਾ ਹੈ। ਇੰਨੀ ਤਾਕਤ ਹੈ ਜਿਸ ਕੋਲ। ਹਰਨ ਭਰਨ ਮੈਂ ਨੇਤਰ ਫੁਰ, ਇੱਕ ਅੱਖ ਦੇ ਝਮੱਕੇ ਵਿੱਚ ਉਹ ਨਾਸ਼ ਕਰ ਸਕਦਾ ਹੈ। ਉਹ ਜਿਹੜਾ ਪਰਮਾਤਮਾ ਹੈ, ਕਹਿੰਦੇ ਜਿਨ੍ਹਾਂ ਨੂੰ ਉਹ ਪਰਮਾਤਮਾ ਦਾ ਨਾਮ ਵਿਸਰ ਗਿਆ, ਉਹ ਪਰਮਾਤਮਾ ਜਿਨ੍ਹਾਂ ਨੂੰ ਵਿਸਰ ਗਿਆ, ਮਰਣੰ ਵਿਸਰਣੰ ਗੋਬਿੰਦ ਹੈ, ਜਿਨ੍ਹਾਂ ਨੂੰ ਪਰਮਾਤਮਾ ਦਾ ਨਾਮ ਵਿਸਰ ਗਿਆ ਉਹ ਮਰੇ ਹੋਏ ਲੋਕ ਜਾਣੋ। ਪਰ ਸਤਿਗੁਰੂ ਜੀ ਦੂਸਰੇ ਪਾਸੇ ਬਚਨ ਕਰਦੇ ਆ, ਕਹਿੰਦੇ ਆ ਕਿ ਜਿਉਂਦੇ ਕੌਣ ਨੇ? ਜੀਵਨੰ ਹਰ ਨਾਮ ਧਿਆਵਣੇ, ਉਹਨਾਂ ਲੋਕਾਂ ਦਾ ਜੀਵਨ ਹੈ ਜਿਨ੍ਹਾਂ ਨੇ ਆਪਣੇ ਨਾਮ ਨੂੰ ਆਪਣੇ ਜੀਵਨ ਦਾ ਆਸਰਾ ਬਣਾ ਲਿਆ ਹੈ, ਜਿਨ੍ਹਾਂ ਨੇ ਬਾਕੀ ਸਾਰੇ ਆਸਰੇ ਛੱਡ ਦਿੱਤੇ ਹੈ। ਸਾਰੇ ਆਸਰੇ ਰਿਸ਼ਤੇਦਾਰੀਆਂ ਦੇ, ਧਨ ਪਦਾਰਥਾਂ ਦੇ, ਸ਼ਕਤੀਆਂ ਦੇ, ਆਪਣੇ ਕੋਲ ਰਾਜ ਸ਼ਕਤੀਆਂ ਦੇ, ਬਾਡੀਗਾਰਡਾਂ ਦੇ, ਹਥਿਆਰਾਂ ਦੇ, ਬੜੇ ਬੜੇ ਤਰ੍ਹਾਂ ਦੇ ਆਸਰੇ ਮਨੁੱਖ ਲੈ ਕੇ ਭਟਕਦਾ ਫਿਰਦਾ ਹੈ। ਪਰ ਸਾਰੇ ਆਸਰੇ ਤਿਆਗ ਕੇ ਇੱਕ ਦਾ ਆਸਰਾ, ਇੱਕ ਦਾ ਪੱਲਾ ਫੜ ਲਿਆ ਹੈ, ਜਿਸ ਨੇ ਆਪਣੇ ਜੀਵਨ ਦਾ ਆਸਰਾ ਪਰਮਾਤਮਾ ਦਾ ਨਾਮ ਬਣਾ ਲਿਆ ਹੈ। ਉਹ ਪਰਮਾਤਮਾ ਜਿਹੜਾ ਸਾਰੀ ਕਾਇਨਾਤ ਨੂੰ ਬਣਾਉਣ ਵਾਲਾ ਹੈ, ਉਸ ਪਰਮਾਤਮਾ ਦਾ ਨਾਮ ਆਸਰਾ ਬਣਾਇਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ, ਧੰਨ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਨੇ, ਮੋਹਿ ਮਸਕੀਨ ਸਾਹਿਬ ਪਿਤਾ ਨੇ ਸਾਡੀ ਝੋਲੀ ਵਿੱਚ ਪਾਇਆ ਪ੍ਰਭ ਨਾਮ ਆਧਾਰ। ਪਰਮਾਤਮਾ ਦਾ ਨਾਮ ਹੀ ਮੇਰਾ ਨਿਮਾਣੇ ਦਾ, ਮੇਰਾ ਗਰੀਬ ਦਾ। ਸਤਿਗੁਰੂ ਜੀ ਨੇ ਆਪਣੇ ਵਿੱਚ ਨਿਮਰਤਾ ਭਾਵ ਵਿੱਚ ਆ ਕੇ ਬਚਨ ਕੀਤਾ ਕਿ ਸਾਡਾ ਜਿਹੜਾ ਜੀਵਨ ਦਾ ਆਸਰਾ ਹੈ ਨਾ, ਉਹ ਕੀ ਹੈ? ਪਰਮਾਤਮਾ ਦਾ ਨਾਮ ਹੈ। ਖਾਟਨ ਕਉ ਹਰ ਹਰ ਰੋਜ਼ਗਾਰ। ਇੱਥੇ ਮਨੁੱਖ ਨੇ ਬੜੀ ਬੜੀ ਖੱਟੀ ਖੱਟੀ ਬੜਾ ਧਨ ਕਮਾਇਆ, ਬੜੀ ਸ਼ੋਹਰਤ ਕਮਾਈ। ਸ਼ੋਹਰਤ ਵੀ ਕਈ ਵਾਰਾਂ ਨਾਸ ਹੋਣ ਲੱਗਿਆ ਟਾਈਮ ਨਹੀਂ ਲੱਗਦਾ, ਤੇ ਧਨ ਜਾਣ ਲੱਗਿਆ ਵੀ ਟਾਈਮ ਨਹੀਂ ਲੱਗਦਾ। ਇਹ ਗੱਲ ਵੱਖਰੀ ਹੈ ਕਿ ਮਨੁੱਖ ਭੁਲੇਖਾ ਪਾ ਲੈਂਦਾ ਹੈ, ਇਹਨੂੰ ਦਾਤਾਂ ਚੰਗੀਆਂ ਲੱਗਦੀਆਂ ਨੇ, ਦਾਤਾਂ ਦੇ ਪਿੱਛੇ ਦੌੜਦਾ ਫਿਰਦਾ ਹੈ। ਲੇਕਿਨ ਸਾਹਿਬ ਨੇ ਸਾਡੀ ਝੋਲੀ ਵਿੱਚ ਇਹ ਬਚਨ ਪਾਇਆ ਕਿ ਇਹ ਜਿਹੜੇ ਦੁਨੀਆ ਦੀਆਂ ਸ਼ਕਤੀਆਂ ਦੇ ਧਨ ਨੇ, ਧਨ ਦੀ ਜਿਹੜੀ ਤੁਸੀਂ ਖੱਟੀ ਖੱਟੀ ਹੈ, ਇਹ ਵੀ ਨਾਸ ਹੋ ਜਾਣੀ ਹੈ। ਜੇ ਰਹਿ ਵੀ ਜਾਵੇ, ਮੰਨ ਲਓ ਕਿ ਇੱਥੇ ਰਹਿ ਜਾਵੇ, ਇਸ ਲੋਕ 'ਚ ਤਾਂ ਹੋ ਸਕਦਾ ਸਾਥ ਦੇ ਦੇਵੇ, ਪਰ ਪਰਲੋਕ ਵਿੱਚ ਇਸ ਧਨ ਨੇ ਸਾਥ ਨਹੀਂ ਦੇਣਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੱਸਦੇ ਆ ਕਿ ਨਾ ਇਸ ਧਨ ਨੇ ਸਾਥ ਦੇਣਾ ਹੈ, ਤੇ ਨਾ ਦੁਨੀਆ ਦੀਆਂ ਜਿਹੜੀਆਂ ਅਸੀਂ ਬੜੀਆਂ ਬੜੀਆਂ ਸ਼ੌਹਰਤਾਂ ਕਮਾ ਲੈਂਦੇ ਆ, ਉਹਨਾਂ ਸ਼ੌਹਰਤਾਂ ਨੇ ਵੀ ਇੱਥੇ ਤੇ ਹੋ ਸਕਦਾ ਕੰਮ ਆ ਜਾਣ ਲੋਕ ਵਿੱਚ, ਪਰ ਪਰਲੋਕ ਵਿੱਚ ਤੇਰੀ ਕਿਸੇ ਵੀ ਸ਼ੌਹਰਤ ਨੇ ਕੰਮ ਨਹੀਂ ਆਉਣਾ। ਉੱਥੇ ਸੱਚੋਂ ਹੀ ਸੱਚ ਨਿਬੜੈ, ਉੱਥੇ ਸੱਚ ਦਾ ਨਿਬੇੜਾ ਹੋਣਾ ਹੈ, ਝੂਠ ਦਾ ਨਹੀਂ ਹੋਣਾ। ਉੱਥੇ ਕੇਵਲ ਸੱਚ ਨਿਬੜਨਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਫਿਰ ਕਮਾਈ ਜੇ ਕੋਈ ਕਰਨੀ ਹੈ ਤੇ ਉਹ ਕਰ ਕਿਹੜੀ? ਜਿਹੜੀ ਆਦ ਸੱਚ, ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਉਹ ਕਮਾਈ ਕਰ ਜਿਹੜੀ ਸਦੀਵ ਕਾਲ ਰਹਿਣ ਵਾਲੀ ਹੈ, ਜਿਹੜੀ ਕਮਾਈ ਨੇ ਤੇਰੇ ਜੀਵਨ ਨੂੰ ਚਾਰ ਚੰਨ ਲਾ ਦੇਣੇ ਨੇ, ਜਿਹੜੀ ਕਮਾਈ ਨੇ ਤੇਰੇ ਜੀਵਨ ਨੂੰ ਰੋਸ਼ਨਾ ਦੇਣਾ ਹੈ, ਜਿਹੜੀ ਕਮਾਈ ਨੇ ਤੇਰੇ ਅੰਦਰ ਪ੍ਰਕਾਸ਼ ਕਰ ਦੇਣਾ ਹੈ, ਜਿਹੜੀ ਕਮਾਈ ਨੇ ਤੇਰੇ ਅੰਦਰੋਂ ਅਗਿਆਨਤਾ ਦੇ ਹਨੇਰੇ ਦਾ ਨਾਸ਼ ਕਰ ਦੇਣਾ ਹੈ, ਉਹ ਧਨ, ਉਹ ਰੋਜ਼ਗਾਰ, ਉਸ ਨੂੰ ਆਪਣੇ ਜੀਵਨ ਦਾ ਆਸਰਾ ਬਣਾ ਕੇ ਹੈ ਭਾਈ। ਜੇ ਖੱਟੀ ਖੱਟਣੀ ਹੈ ਤੇ ਉਹ ਪਰਮਾਤਮਾ ਦੇ ਨਾਮ ਦੀ ਖੱਟੀ ਖੱਟਣੀ ਹੈ। ਸੋ ਖਾਟਣ ਕਉ ਹਰ ਹਰ ਰੋਜ਼ਗਾਰ, ਕਹਿੰਦੇ ਜਿਨ੍ਹਾਂ ਨੇ ਆਪਣੇ ਜੀਵਨ ਦਾ ਆਸਰਾ ਪਰਮਾਤਮਾ ਦੇ ਨਾਮ ਦੀ ਖੱਟੀ ਖੱਟੀ ਹੈ। ਸੰਚਣ ਕਉ ਹਰ ਏਕੋ ਨਾਮ। ਜਿਨ੍ਹਾਂ ਨੇ ਪੋਟਲੀਆਂ ਬੰਨ ਬੰਨ ਕੇ, ਬੈਂਕ ਬੈਲੈਂਸ ਇਕੱਠੇ ਕਰ ਕਰਕੇ, ਧਨ ਇਕੱਠਾ ਕਰ ਕਰਕੇ ਬੜੀਆਂ ਤਜੋਰੀਆਂ ਭਰ ਲਈਆਂ, ਬੜੀਆਂ ਬੈਂਕਾਂ ਦੇ ਖਾਤੇ ਕਾਲੇ ਕਰ ਲਏ, ਇੰਨਾ ਧਨ, ਇੰਨੀਆਂ ਗੱਲਾਂ, ਬੜਾ ਕੁਛ ਇਕੱਠਾ ਕੀਤਾ ਹੈ, ਪਰ ਕਈ ਵਾਰ ਉਹ ਜਦੋਂ ਦੇਖੀਏ ਨਾ ਤੇ ਉਹ ਸਖਣੇ ਨੇ। ਕਿਸ ਤੋਂ? ਪਰਮਾਤਮਾ ਦੇ ਨਾਮ ਤੋਂ ਸਖਣੇ ਹੁੰਦੇ ਆ, ਖਾਲੀ ਹੈ। ਕਿਉਂਕਿ ਜਿਵੇਂ ਖਾਲੀ ਭਾਂਡਾ ਹੋਵੇ ਤੇ ਉਹ ਭਟਕਦਾ ਹੈ, ਖੜਕਦਾ ਹੈ। ਇਸ ਤਰ੍ਹਾਂ ਜਿਸ ਆਤਮਾ ਦੇ ਅੰਦਰ ਪਰਮਾਤਮਾ ਦਾ ਨਾਮ ਨਹੀਂ ਹੈ, ਜਿਸ ਆਤਮਾ ਦੇ ਅੰਦਰ ਪਰਮਾਤਮਾ ਦੀ ਯਾਦ ਸ਼ਕਤੀ ਨਹੀਂ ਹੈ, ਜਿਹਨੇ ਪਰਮਾਤਮਾ ਹਿਰਦੇ ਚੋਂ ਵਸਾਰ ਦਿੱਤਾ ਹੈ, ਉਹ ਤੇ ਭਟਕਦਾ ਹੀ ਹੈ ਨਾ। ਉਹਨੇ ਕਾਦੀ ਖੱਟੀ? ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਹਾ ਕਿ ਜੇ ਕੋਈ ਇਕੱਠਾ ਕਰਨ ਵਾਲੀ ਚੀਜ਼ ਹੈ ਤੇ ਸੰਚਣ ਕਉ ਹਰ ਇੱਕੋ ਨਾਮ, ਕੇਵਲ ਇੱਕੋ ਇੱਕ ਪਰਮਾਤਮਾ ਦਾ ਨਾਮ ਹੈ ਜਿਹੜਾ ਇਕੱਠਾ ਕਰਨ ਵਾਲੀ ਕੋਈ ਸ਼ਕਤੀ, ਕੋਈ ਚੀਜ਼, ਕੋਈ ਪਦਾਰਥ ਹੈ ਨਾ, ਤੇ ਉਹ ਕੇਵਲ ਤੇ ਕੇਵਲ
ਪਰਮਾਤਮਾ ਦਾ ਨਾਮ ਹੈ। ਹਲਤ ਪਲਤ ਤਾਕੈ ਆਵੈ ਕਾਮ। ਕਿਉਂਕਿ ਇਹ ਜਿਹੜਾ ਪਰਮਾਤਮਾ ਦਾ ਨਾਮ ਹੈ ਨਾ, ਇਹ ਲੋਕ ਸੁਖੀਏ ਪਰਲੋਕ ਸੁਹੇਲੇ ਬਣਾ ਦਿੰਦਾ ਹੈ। ਐਸ ਲੋਕ ਵਿੱਚ ਵੀ ਸੁਖੀ ਹੋ ਜਾਂਦਾ ਹੈ ਮਨੁੱਖ। ਤੁਸੀਂ ਬੜੇ ਹੈਰਾਨ ਹੋਵੋਗੇ ਕਿ ਐਸ ਲੋਕ ਵਿੱਚ ਸੁਖੀ ਹੋਣਾ ਹੋਵੇ, ਕਾਰ ਚਾਹੀਦੀ ਹੈ, ਕੋਠੀ ਚਾਹੀਦੀ ਹੈ, ਬੈਂਕ ਬੈਲੈਂਸ ਚਾਹੀਦਾ ਹੈ। ਯਾਦ ਰੱਖੋ, ਕੋਲ ਕਾਰ ਹੋਵੇ, ਕੋਠੀ ਹੋਵੇ, ਭਾਵੇਂ ਦੁਨੀਆ ਦੇ ਧਨ ਤਜੋਰੀਆਂ ਭਰੀਆਂ ਹੋਣ, ਪਰ ਆਤਮਿਕ ਤੌਰ ਤੇ ਸੁਖੀ ਹੋਣਾ ਹੋਵੇ। ਤਾਈਓ ਤੇ ਲੋਕ, ਬੜੇ ਬੜੇ ਲੋਕ ਧਨੀ ਦੇਖੇ ਜਾਂਦੇ ਨਾ। ਆਪਾਂ ਹਿੱਲ ਸਟੇਸ਼ਨਾਂ ਤੇ ਜਾ ਕੇ, ਬੜੇ ਬੜੇ ਐਸੇ ਸੈਰਗਾਹਾਂ ਤੇ ਜਾ ਕੇ, ਬਗੀਚਿਆਂ ਵਿੱਚ ਜਾ ਕੇ ਉਹ ਸ਼ਾਂਤੀ ਲੱਭਦੇ ਨੇ, ਆਤਮਾ ਦੀ ਸ਼ਾਂਤੀ ਲੱਭਦੇ, ਪਰ ਉਹ ਨਸੀਬ ਨਹੀਂ ਹੁੰਦੀ। ਕਿਉਂ? ਕਿਉਂਕਿ ਆਤਮਾ ਦੇ ਅੰਦਰ ਪਰਮਾਤਮਾ ਦਾ ਨਾਮ ਨਹੀਂ ਹੈ। ਕੇਵਲ ਤੇ ਕੇਵਲ ਅੰਦਰ ਇੱਕੋ ਇੱਕ ਚੀਜ਼ ਚੱਲਦੀ ਹੈ, ਅੰਦਰ ਹੈ ਤ੍ਰਿਸ਼ਨਾ ਦੀ ਭੁੱਖ। ਤੇ ਜਿਹੜੀ ਤ੍ਰਿਸ਼ਨਾ ਦੀ ਭੁੱਖ ਹੈ, ਉਹ ਇੱਕ ਐਸੀ ਭੁੱਖ ਹੈ, ਕੋਈ ਬੰਦਾ ਇਹ ਗੱਲ ਕਵੇ ਕਿ ਮੈਂ ਭੁੱਖ, ਜਿਹੜੀ ਤ੍ਰਿਸ਼ਨਾ ਦੀ ਭੁੱਖ ਹੈ, ਇਹਨੂੰ ਬੁਝਾਉਣਾ ਹੈ, ਤੇ ਇਹ ਬੁਝ ਨਹੀਂ ਸਕਦੀ। ਕਿਉਂਕਿ ਜਿਵੇਂ ਕੋਈ ਬੰਦਾ ਕਵੇ ਅੱਗ ਦੇ ਵਿੱਚ ਮੈਂ ਬਾਲਣ ਪਾ ਕੇ ਅੱਗ ਦੀ ਭੁੱਖ ਬੁਝਾ ਦਿਆਂਗਾ, ਤੇ ਉਹਦੀ ਭੁੱਲ ਹੋਵੇਗੀ। ਕਿਉਂਕਿ ਅੱਗ ਵਿੱਚ ਪਿਆਰਿਆ ਜਿੰਨਾ ਜ਼ਿਆਦਾ ਬਾਲਣ ਪਏਗਾ ਨਾ, ਉਹਦੀਆਂ ਲਾਟਾਂ ਵੀ ਓਨੀਆਂ ਉੱਚੀਆਂ ਜ਼ਿਆਦਾ ਹੋਣਗੀਆਂ, ਉਹਦੀ ਭੁੱਖ ਵੀ ਓਨੀ ਜ਼ਿਆਦਾ ਵੱਧਦੀ ਜਾਂਦੀ ਹੈ। ਮਨੁੱਖ ਦੇ ਅੰਦਰ ਵੀ ਤ੍ਰਿਸ਼ਨਾ ਦੀ ਭੁੱਖ ਇੱਕ ਐਸੀ ਭੁੱਖ ਹੈ, ਜਿੰਨੇ ਪਦਾਰਥ ਇਹਨੂੰ ਜ਼ਿਆਦਾ ਮਿਲਦੇ ਜਾਂਦੇ ਆ ਨਾ, ਇਹ ਅੰਦਰੋਂ ਹੋਰ ਇਹਦੀ ਤ੍ਰਿਸ਼ਨਾ ਜਿਹੜੀ ਹੈ ਉਹ ਵੱਧਦੀ ਜਾਂਦੀ ਹੈ। ਜੇ ਥੋੜਾ ਹੈ ਤੇ ਬਹੁਤਾ ਆ ਜਾਵੇ, ਉਸ ਤੋਂ ਬਹੁਤਾ ਆ ਜਾਵੇ, ਕਦੀ ਅੰਦਰਲਾ ਰੱਜਦਾ ਨਹੀਂ ਹੈ ਪਰਮਾਤਮਾ ਦੇ ਨਾਮ। ਕਿਉਂਕਿ ਸਤਿਗੁਰੂ ਜੀ ਨੇ ਬਾਣੀ ਵਿੱਚ ਜ਼ਿਕਰ ਕੀਤਾ ਹੈ, ਕਹਿੰਦੇ ਤ੍ਰਿਸ਼ਨਾ ਬੁਝੈ ਹਰਿ ਕੇ ਨਾਮ। ਜੇ ਕਿਤੇ ਕੋਈ ਤ੍ਰਿਸ਼ਨਾ ਬੁਝਦੀ ਹੈ ਨਾ, ਅੰਦਰ ਦੀ ਅੱਗ ਜਿਹੜੀ ਹੈ, ਜਿਹੜੀ ਤ੍ਰਿਸ਼ਨਾ ਦੀ ਅੱਗ ਹੈ, ਉਹ ਜੇ ਬੁਝਦੀ ਹੈ ਤੇ ਕੇਵਲ ਪਰਮਾਤਮਾ ਦੇ ਨਾਮ ਨਾਲ ਬੁਝਦੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਹਲਤ ਪਲਤ ਤਾਂ ਕਹਿ ਆਵੇ ਕਾਮ। ਇਹ ਪਰਮਾਤਮਾ ਦਾ ਨਾਮ ਲੋਕ ਵਿੱਚ ਵੀ ਤੇਰੇ ਕੰਮ ਆਵੇਗਾ, ਕਿਉਂਕਿ ਜਿਹੜੀ ਅੰਦਰ ਦੀ ਬੇਚੈਨੀ ਹੈ, ਜਿਹੜੀ ਅੰਦਰ ਦੀ ਭਟਕਣਾ ਹੈ, ਉਹ ਵੀ ਤੇਰੀ ਜੇ ਮਟਾਉਣੀ ਹੈ ਤੇ ਕੇਵਲ ਪਰਮਾਤਮਾ ਦੇ ਨਾਮ ਨੇ ਬਟਾਉਣੀ ਹੈ। ਇਸ ਲੋਕ ਵਿੱਚ ਵੀ ਮਨੁੱਖ ਜਿਹੜਾ ਭਟਕਦਾ ਫਿਰਦਾ ਹੈ, ਉਹ ਨਾਮ ਤੋਂ ਖਾਲੀ ਹੋਣ ਕਰਕੇ ਭਟਕਦਾ ਫਿਰਦਾ ਹੈ। ਸਤਿਗੁਰੂ ਜੀ ਨੇ ਜ਼ਿਕਰ ਕਰਕੇ ਦਿੱਤਾ, ਕਹਿੰਦੇ ਇਸ ਲੋਕ ਵਿੱਚ ਤੇ ਪਰਲੋਕ ਵਿੱਚ ਵੀ ਇਹ ਸਾਥ ਕੇਵਲ ਤੇ ਕੇਵਲ ਤੇਰਾ ਪਰਮਾਤਮਾ ਦੇ ਨਾਮ ਨੇ ਦੇਣਾ ਹੈ, ਕੇਵਲ ਤੇ ਕੇਵਲ ਪਰਮਾਤਮਾ ਦੀ ਬੰਦਗੀ ਨੇ ਦੇਣਾ ਹੈ, ਕੇਵਲ ਤੇ ਕੇਵਲ ਪਰਮਾਤਮਾ ਦੇ ਹੁਕਮ ਵਿੱਚ। ਕਿਉਂਕਿ ਇੱਕ ਗੱਲ ਸਮਝ ਲਿਓ, ਜਦੋਂ ਵੀ ਕਦੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਕਿਸੇ ਵੀ ਸ਼ਬਦ ਦੀ ਵਿਆਖਿਆ ਸਮਝਣੀ ਹੋਵੇ, ਕਿਸੇ ਵੀ ਸ਼ਬਦ ਦੀ, ਕਿਸੇ ਵੀ ਤੁਕ ਦੀ ਵਿਆਖਿਆ ਸਮਝਣੀ ਹੋਵੇ, ਜਾਂ ਕਿਸੇ ਇਤਿਹਾਸ ਨੂੰ ਪ੍ਰਚੋਲਣਾ ਹੋਵੇ, ਖਾਸ ਕਰਕੇ ਸ਼ਬਦ ਦੀ ਗੱਲ ਕਰਾਂ, ਬਾਣੀ ਨੂੰ ਸਮਝਣਾ ਹੋਵੇ, ਦੋ ਗੱਲਾਂ ਜਿਹਨ 'ਚ ਰੱਖਣੀਆਂ ਅਤਿਅੰਤ ਜ਼ਰੂਰੀ। ਅਕਸਰ ਮੈਂ ਇਹ ਗੱਲ ਕਹਿੰਦਾ ਹੁੰਦਾ, ਇੱਕ ਤੇ ਪਰਮਾਤਮਾ ਇੱਕ ਹੈ। ਜਿਹੜਾ ਪਰਮਾਤਮਾ ਇੱਕ ਹੈ, ਜਿਹਨੇ ਸਾਰੀ ਕਾਇਨਾਤ ਬਣਾਈ, ਉਸ ਪਰਮਾਤਮਾ ਨੂੰ ਇੱਕ ਨੂੰ ਜਿਹਨ 'ਚ ਰੱਖਣਾ। ਜੇ ਅਸੀਂ ਇੱਕ ਤੋਂ ਬਾਹਰ ਜਾ ਕੇ ਅਰਥਨ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਤੇ ਅਸੀਂ ਭਟਕ ਜਾਵਾਂਗੇ ਔਰ ਗੁਰੂ ਦੀ ਇਸ ਸਿਧਾਂਤ ਤੋਂ ਬਾਹਰ ਚਲੇ ਜਾਵਾਂਗੇ। ਦੂਸਰੀ ਗੱਲ ਜਿਹੜੀ ਸਮਝਣ ਵਾਲੀ ਹੈ, ਉਹ ਇਹ ਹੈ ਕਿ ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟੈ ਪਾਲ। ਕਿ ਜਿਹੜੀ ਮਨੁੱਖ ਦੇ ਜੀਵ ਦੇ ਅੰਦਰ ਇੱਕ ਦੀਵਾਰ ਖੜੀ ਹੈ, ਉਹ ਦੀਵਾਰ ਕਿਹੜੀ ਹੈ? ਇੱਕ ਦੀਵਾਰ ਹੈ ਜਿਹੜੀ ਆਤਮਾ ਦਾ ਪਰਮਾਤਮਾ ਵਿੱਚ ਲੀਨ ਹੋਣਾ, ਇਹਦਾ ਸਫ਼ਰ ਹੈ। ਸਾਡੀ ਜੀਵਨ ਦੀ ਮੰਜ਼ਿਲ ਕੀ ਹੈ? ਆਤਮਾ ਨੇ ਪਰਮਾਤਮਾ ਵਿੱਚ ਲੀਨ ਹੋਣਾ ਹੈ, ਤੇ ਰਸਤੇ ਵਿੱਚ ਇੱਕ ਦੀਵਾਰ ਹੈ। ਉਹ ਕਿਹੜੀ ਹੈ? ਉਹ ਹੈ ਝੂਠ ਦੀ। ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਹੈ। ਕੂੜੇ ਦਾ ਅਰਥ ਹੁੰਦਾ ਹੈ ਝੂਠ, ਕੂੜ ਦਾ ਅਰਥ ਝੂਠ ਹੈ। ਝੂਠ ਦੀ ਦੀਵਾਰ ਕਿਵ ਕੂੜਾ ਹੈ ਟੁੱਟੈ ਪਾਲ। ਹੁਣ ਝੂਠ ਦੀ ਦੀਵਾਰ ਕਿੱਦਾਂ ਬਣ ਰਹੀ ਹੈ, ਇਹ ਥੋੜਾ ਜਿਹਾ ਜ਼ਰੂਰ ਸਮਝ ਲਈਏ। ਕਿਉਂਕਿ ਝੂਠ ਦੀ ਦੀਵਾਰ ਇਸ ਤਰ੍ਹਾਂ ਬਣਦੀ ਹੈ, ਮੰਨੋ ਕਿ ਅਸੀਂ ਇੱਕ ਝੂਠ ਬੋਲਿਆ, ਮੰਨ ਲਓ ਇੱਕ ਝੂਠ ਬੋਲਿਆ ਤੇ ਉਹਨੂੰ ਛਪਾਉਣ ਲਈ ਦੋ ਤੇ ਹੋਰ ਬੋਲ ਲੈ, ਤੇ ਇਹ ਪਹਿਲਾਂ ਇੱਕ ਇੱਟ ਲਾਈ ਸੀ ਝੂਠ ਦੀ ਦੀਵਾਰ ਦੀ, ਫਿਰ ਦੋ ਇੱਟਾਂ ਹੋਰ ਲਾ ਦਿੱਤੀਆਂ। ਉਹਨੂੰ ਛਪਾਉਣ ਲਈ 3 ਹੋਰ ਬੋਲ ਲੈ, ਉਹਨੂੰ ਛਪਾਉਣ ਲਈ 6 ਹੋਰ ਬੋਲ ਲੈ, 12 ਹੋਰ ਬੋਲ ਲੈ। ਵਧਦਿਆਂ ਵਧਦਿਆਂ ਇਹ ਇੱਕ ਦੀਵਾਰ ਆਪਣੀ ਆਤਮਾ ਤੇ ਪਰਮਾਤਮਾ ਦੇ ਮਿਲਾਪ ਵਿੱਚ ਇੱਕ ਦੀਵਾਰ ਖੜੀ ਕਰ ਲੈਂਦਾ ਹੈ। ਇਸ ਦੀਵਾਰ ਨੇ ਜੇ ਢੱਠਣਾ ਹੈ ਤੇ ਉਹ ਕਿਵੇਂ ਢੱਠੇਗੀ? ਸਤਿਗੁਰੂ ਜੀ ਨੇ ਜ਼ਿਕਰ ਕਰਕੇ ਸਮਝਾਇਆ। ਇਹ ਅਸੀਂ ਜਿਹੜਾ ਸਾਡੀ ਸੁਰਤ ਦੇ ਉੱਤੇ ਕੋਈ ਬੋਝ ਹੈ ਨਾ, ਉਹ ਕੋਈ ਹੋਰ ਬੋਝ ਨਹੀਂ, ਕੇਵਲ ਝੂਠ ਦਾ ਹੀ ਬੋਝ ਹੈ। ਜੇ ਸਾਡੇ ਅੰਦਰੋਂ ਇਹ ਝੂਠ ਮੁੱਕ ਜਾਵੇ, ਅਸੀਂ ਸੱਚ ਨਾਲ ਜੁੜ ਜਾਈਏ,
ਪਰਮਾਤਮਾ ਨਾਲ ਜੁੜ ਜਾਈਏ, ਸਾਡੀ ਆਤਮਾ ਪਰਮਾਤਮਾ ਵਿੱਚ ਲੀਨ ਹੋਣ ਲੱਗਿਆ ਦੇਰੀ ਥੋੜੀ ਲੱਗਣੀ ਹੈ। ਸਮਝਣ ਵਾਲੀ ਗੱਲ ਮੈਂ ਗੱਲ ਕਰ ਰਿਹਾ ਸੀ ਕਿ ਸਮਝਣਾ ਇਹ ਹੈ, ਦੋ ਗੱਲਾਂ ਜਿਹਨ 'ਚ ਰੱਖਣੀਆਂ, ਇੱਕ ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟੈ ਪਾਲ, ਜਦੋਂ ਵੀ ਅਰਥ ਸਮਝਣੇ ਹੋਣ ਤੇ ਇੱਕ ਨੂੰ ਜਿਹਨ 'ਚ ਰੱਖਣਾ ਅਤਿਅੰਤ ਜ਼ਰੂਰੀ ਹੁੰਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਇਹ ਸਮਝਾਉਣ ਦਾ ਯਤਨ ਕੀਤਾ ਹੈ ਕਿ ਭਾਈ ਜੇ ਫਿਰ ਅਗਲੀ ਗੱਲ ਦੱਸੀ ਕਿ ਕਿਵੇਂ ਝੂਠ ਦੀ ਕੰਧ ਟੁੱਟਦੀ ਹੈ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਾਡੀ ਝੋਲੀ ਵਿੱਚ ਪਾ ਦਿੱਤਾ। ਕਹਿਣ ਲੱਗੇ ਹਲਤ ਤੇ ਪਲਤ, ਲੋਕ ਤੇ ਪਰਲੋਕ ਤੇਰਾ ਸੁਖੀ ਹੋ ਜਾਵੇਗਾ। ਕਿਵੇਂ? ਤਾਂ ਕਿ ਆਵੇ ਕਾਮ, ਕੀ ਆਵੇਗਾ? ਪਰਮਾਤਮਾ ਦਾ ਨਾਮ ਕੰਮ ਆਉਣਾ ਹੈ ਤੇਰੇ ਕੋਲ। ਪਰਮਾਤਮਾ ਦੀ ਬੰਦਗੀ, ਪਰਮਾਤਮਾ ਦੀ ਇਬਾਦਤ, ਪਰਮਾਤਮਾ ਦੇ ਹੁਕਮ ਵਿੱਚ ਤੁਰਨਾ ਹੀ ਉਹਦੀ ਬੰਦਗੀ ਹੈ। ਜੇ ਅਸੀਂ ਉਹਦੇ ਹੁਕਮ ਵਿੱਚ ਨਹੀਂ ਨਾ ਤੁਰਦੇ ਤੇ ਉਹਦੇ ਹੁਕਮ ਵਿੱਚ ਖਨਾਮੀ ਕਰਦੇ ਆ ਤੇ ਅਸੀਂ ਗੁਨਾਹਗਾਰ ਵੀ ਬਣਦੇ ਹਾਂ, ਕਿਉਂਕਿ ਉਹੀ ਤੇ ਦੀਵਾਰ ਹੈ ਨਾ। ਜਦੋਂ ਅਸੀਂ ਉਹਦੇ ਹੁਕਮ ਤੋਂ ਬਾਹਰੀ ਹੋ ਕੇ ਚੱਲਾਂਗੇ ਤੇ ਇਹ ਇੱਕ ਤਰ੍ਹਾਂ ਦੀ ਖੁਨਾਮੀ ਹੋ ਜਾਵੇਗੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਇਹ ਸਾਨੂੰ ਸਮਝਾਉਂਦੇ ਹਨ। ਨਾਮ ਰਤੇ ਪ੍ਰਭ ਰੰਗ ਅਪਾਰ। ਜਿਹੜੇ ਸਤਿਪੁਰਸ਼ ਹੁੰਦੇ ਨਾ ਉਹ ਪਰਮਾਤਮਾ ਦੇ ਰੰਗ ਵਿੱਚ ਰੰਗੇ ਜਾਂਦੇ ਆ, ਤੇ ਜਿਨ੍ਹਾਂ ਦੀ ਆਤਮਾ ਨੂੰ ਪਰਮਾਤਮਾ ਦਾ ਨਾਮ ਦਾ ਰੰਗ ਚੜ ਜਾਂਦਾ ਹੈ, ਤੇ ਰੰਗ ਇੰਨਾ ਚੜ ਜਾਂਦਾ ਹੈ ਜਿਹਦਾ ਪਾਰਾ ਨਾ ਵਾਰਿਆ ਜਾ ਸਕੇ। ਪਰਮਾਤਮਾ ਦੇ ਨਾਮ ਦਾ ਰੰਗ ਇੱਕ ਐਸਾ ਰੰਗ ਹੈ ਜਿਹਦਾ ਕੋਈ ਪਾਰਾ ਨਹੀਂ ਵਾਰਿਆ ਜਾ ਸਕਦਾ, ਤੇ ਇੰਨਾ ਰੰਗ ਚੜ ਜਾਂਦਾ ਹੈ ਜੇ ਉਹ ਤੱਤੀ ਤਵੀ ਤੇ ਵੀ ਬੈਠੇ ਹੋਣ ਨਾ ਤੇ ਉਹ ਹੁਕਮ ਵਿੱਚ ਕਦੀ ਵੀ ਖੁਨਾਮੀ ਨਹੀਂ ਕਰਦੇ। ਕਿਉਂਕਿ ਇੱਕ ਗੱਲ ਯਾਦ ਰੱਖਿਓ, ਕਿਸੇ ਸਤਿਪੁਰਸ਼ ਦੀ ਪਹਿਚਾਣ ਕਰਨੀ ਹੋਵੇ ਨਾ, ਉਹਦੀ ਸੁੱਖ ਵਿੱਚ ਨਾ ਪਹਿਚਾਣ ਕਰਨਾ। ਸਤਿਪੁਰਸ਼ ਦੀ ਪਹਿਚਾਣ ਕਦੋਂ ਹੁੰਦੀ ਹੈ? ਸਾਧੂ ਦੀ ਪਹਿਚਾਣ ਕਦੋਂ ਹੁੰਦੀ ਹੈ? ਸਾਧੂ ਦੀ ਪਹਿਚਾਣ ਉਦੋਂ ਨਹੀਂ ਹੁੰਦੀ ਜਦੋਂ ਉਹਦੇ ਕੋਲ ਸਾਰੇ ਦੁਨੀਆ ਦੀਆਂ ਸੁੱਖ ਸਹੂਲਤਾਂ ਹੋਣ। ਉਹਦੀ ਪਹਿਚਾਣ ਉਦੋਂ ਹੁੰਦੀ ਹੈ ਜਦੋਂ ਸਾਰੀਆਂ ਸੁੱਖ ਸਹੂਲਤਾਂ ਗਵਾਚ ਚੁੱਕੀਆਂ ਹੋਣ। ਯਾਦ ਰੱਖਿਓ, ਕਿਉਂਕਿ ਸੁੱਖ ਵੇਲੇ ਤੇ ਸਾਰੇ ਸੁਖੀ ਨੇ। ਜੇ ਕੋਈ ਦੁੱਖ ਵਿੱਚ ਸੁੱਖ ਮਨਾ ਰਿਹਾ ਹੋਵੇ, ਜਿਹਨੇ ਦੁੱਖ ਵਿੱਚੋਂ ਸੁੱਖ ਲੱਭਿਆ ਹੋਵੇ, ਅਸਲ ਸਤਿਪੁਰਸ਼ ਉਹ ਹੁੰਦਾ ਹੈ ਤੇ ਉਹੀ ਰੰਗਿਆ ਰਹਿ ਸਕਦਾ ਹੈ। ਜਿਹੜਾ ਰੰਗਿਆ ਹੋਵੇ ਉਹੀ ਸੁਖੀ ਹੋ ਸਕਦਾ ਹੈ, ਦੂਸਰਾ ਥੋੜੀ। ਅਪਾਰ ਦੇ ਰੰਗ ਵਿੱਚ ਜਿਹਨੇ ਰੰਗ ਚੜ ਗਿਆ, ਉਹ ਤੱਤੀ ਤਵੀ ਤੇ ਬੈਠਾ ਹੋਇਆ ਵੀ ਕਹਿ ਦਿੰਦਾ ਤੇਰਾ ਕੀਆ ਮਿੱਠਾ ਲਾਗੇ। ਅੱਤ ਦੇ ਜ਼ਬਰ ਨਾਲ, ਅੱਤ ਦੇ ਸਬਰ ਦਾ ਮੁਕਾਬਲਾ ਕਰ ਜਾਣਾ, ਅੱਤ ਦੇ ਜ਼ਬਰ ਨਾਲ। ਹੁਣ ਦੇਖੋ ਅੱਜ ਦਾ ਦਿਨ 3 ਅਪ੍ਰੈਲ ਦਾ ਦਿਨ ਸਿੱਖ ਕੌਮ ਦੇ ਮਹਾਨ ਵਿਦਵਾਨ ਗਿਆਨੀ ਹਰਬੰਸ ਸਿੰਘ ਜੀ ਅਕਾਲੀ ਬੱਬਰ, ਜਿਨ੍ਹਾਂ ਨੂੰ ਸਰਕਾਰ ਨੇ ਫਾਂਸੀ ਤੇ ਚਾੜ ਕੇ ਸ਼ਹੀਦ ਕਰ ਦਿੱਤਾ, ਉਹਨਾਂ ਨੇ ਵੇਖੋ ਪਰ ਕੀ ਸੀ? ਕੇਵਲ ਤੇ ਕੇਵਲ ਸੱਚ ਦਾ ਪ੍ਰਚਾਰ, ਕੇਵਲ ਤੇ ਕੇਵਲ ਸੰਸਾਰ ਦੇ ਅੰਦਰ ਝੂਠ ਦਾ ਵਿਰੋਧਤਾ ਸੀਗੀ। ਸੋ ਇਸ ਕਰਕੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ, 3 ਅਪ੍ਰੈਲ ਨੂੰ ਸ਼ਹੀਦ ਕਰ ਦਿੱਤਾ ਗਿਆ। ਮੈਂ ਕਹਾਂ ਸਾਡੇ ਉਹਨਾਂ ਪੁਰਖਿਆਂ ਦੀਆਂ ਸ਼ਹਾਦਤਾਂ ਨੂੰ ਅਸੀਂ ਕਈ ਵਾਰ ਨਜ਼ਰ ਅੰਦਾਜ਼ ਕਰ ਜਾਂਦੇ ਹਾਂ, ਅੱਖੋਂ ਪਰੋਖੇ ਕਰ ਜਾਂਦੇ ਹਾਂ। ਇਹ ਜਿਹੜੀਆਂ ਸਾਡੀਆਂ ਸੰਸਥਾਵਾਂ ਨੇ ਨਾ, ਇਹ ਸੰਸਥਾਵਾਂ ਦੀ ਬੁਨਿਆਦ ਉਹਨਾਂ ਸ਼ਹੀਦਾਂ ਦੇ ਸਿਰਾਂ ਦੇ ਉੱਤੇ ਰੱਖੀ ਹੋਈ ਹੈ। ਇਹਨਾਂ ਦੀ ਦੀਵਾਰ ਜਿਹੜੀ ਉਸਰੀ ਸੀ, ਸ਼ਹੀਦਾਂ ਨੇ ਆਪਣੇ ਸਿਰਾਂ ਦੇ ਉੱਤੇ ਉਸਾਰੀ ਸੀ। ਸਾਡੇ ਪੁਰਖਿਆਂ ਨੇ ਇਹਨਾਂ ਵੱਡੀਆਂ ਕੁਰਬਾਨੀਆਂ ਕਰਕੇ ਇਹ ਸੰਸਥਾਵਾਂ, ਬੇਸ਼ੱਕ ਅਸੀਂ ਕਈ ਵਾਰ ਕਿੰਤੂ ਕਰਨ ਲੱਗਿਆਂ, ਗੱਲ ਕਰਨ ਲੱਗਿਆਂ 1 ਮਿੰਟ ਲਾਉਨੇ ਆ, ਕਈ ਵਾਰ ਇਹ ਸੋਚਦੇ ਨਹੀਂ ਕਿ ਇਹਦਾ ਫਾਇਦਾ ਕੀ ਹੋਵੇਗਾ ਤੇ ਨੁਕਸਾਨ ਕੀ ਹੋਵੇਗਾ। ਯਾਦ ਰੱਖੋ, ਮੈਂ ਕਈ ਵਾਰ ਇਹ ਗੱਲ ਕਹੀ ਤੇ ਅੱਜ ਵੀ ਕਹਿ ਦੇਵਾਂ, ਖਾਸ ਕਰਕੇ ਭਾਰਤ ਵਿੱਚ ਸਾਡੇ ਨਾਲੋਂ ਮੁਸਲਮਾਨਾਂ ਦੀ ਆਬਾਦੀ ਜ਼ਿਆਦਾ। ਮੈਂ ਕਈ ਵਾਰ ਇਹ ਗੱਲ ਕੀਤੀ, ਤੇ ਸਿੱਖਾਂ ਦੀ ਆਬਾਦੀ ਘੱਟ ਹੈ। ਪਰ ਜੇ ਕਹੀਏ ਸਿੱਖਾਂ ਦੀ ਜਿਹੜੀ ਦਬ ਦਬਾਅ ਹੈ ਉਹ ਜ਼ਿਆਦਾ ਹੈ, ਉਹਦਾ ਕਾਰਨ ਤੇ ਕੋਈ ਹੈਗਾ ਹੈ ਨਾ, ਕਦੀ ਵਿਚਾਰਿਆ ਨਹੀਂ। ਵਿਚਾਰਨ ਵਾਲੀ ਗੱਲ ਸੀਗੀ, ਕਿਉਂਕਿ ਵੱਡਾ ਕਾਰਨ ਹੈ ਕਿ ਤੁਸੀਂ ਕੌਮੀ ਤੌਰ ਤੇ ਇਕੱਠੇ ਹੋ, ਤੁਹਾਡੇ ਕੋਲ ਸੰਸਥਾਵਾਂ ਨੇ, ਸਾਡੇ ਬਜ਼ੁਰਗਾਂ ਨੇ ਬਣਾਈਆਂ ਨੇ। ਅਸੀਂ ਇਹਨਾਂ ਸੰਸਥਾਵਾਂ ਨੂੰ ਨਜ਼ਰ ਅੰਦਾਜ਼ ਕਰਨਾ ਸ਼ੁਰੂ ਕਰ ਦਿੱਤਾ। ਸੰਸਥਾਵਾਂ ਦੇ ਖਿਲਾਫ ਬੋਲਣਾ, ਅਸੀਂ ਆਪਣੇ ਪੁਰਖਿਆਂ ਦੇ ਡੁੱਲੇ ਹੋਏ ਖੂਨ ਦੇ ਖਿਲਾਫ ਬੋਲਣਾ ਹੈ। ਗਿਆਨੀ ਹਰਬੰਸ ਸਿੰਘ ਅਕਾਲੀ ਬੱਬਰਾਂ ਦੇ ਖਿਲਾਫ ਬੋਲਣਾ ਹੁੰਦਾ ਹੈ। ਸੋ ਸਮਝਣ ਵਾਲੀ ਗੱਲ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਜਿਨ੍ਹਾਂ ਨੇ ਪ੍ਰੇਮ ਵਿੱਚ ਰੰਗੇ ਹੋਏ ਸਨ, ਜਿਨ੍ਹਾਂ ਦੀਆਂ ਆਤਮਾਵਾਂ ਪਰਮਾਤਮਾ ਦੇ ਰੰਗ ਵਿੱਚ ਰੰਗੀਆਂ ਹੋਈਆਂ ਸਨ ਤੇ ਨਾਮ ਵਿੱਚ ਰੰਗੀਆਂ ਹੋਈਆਂ ਰੂਹਾਂ ਹੀ ਸੀ ਨਾ, ਜਿਹੜੀਆਂ ਆਰੇ ਥੱਲੇ ਵੀ ਖਲੋ ਗਈਆਂ, ਜਿਨ੍ਹਾਂ ਨੇ ਇਹ ਗੱਲ ਕਹੀ ਕਿ ਇਹ ਆਰਾ ਪਿਆਰਾ ਲੱਗਦਾ ਹੈ, ਕਾਰਾ ਕਰੋ ਬਣਾਏ ਸਿਰ ਜਾਏ ਤਾਂ ਜਾਏ, ਮੇਰਾ ਸਿੱਖੀ ਸਿਦਕ ਨਾ ਜਾਏ। ਇਹ ਗੱਲ ਉਹਨਾਂ ਨੇ ਕਹੀ ਸੀ ਨਾ, ਜਦੋਂ ਭਾਈ ਮਤੀ ਦਾਸ ਦੇ ਸਿਰ ਤੇ ਜਲਾਦਾਂ ਨੇ ਆਰਾ ਰੱਖਿਆ ਨਾ, ਤੇ ਕਹਿੰਦੇ ਕੋਈ ਆਖਰੀ ਡਿਮਾਂਡ ਹੈ। ਹੁਣ ਜਿਹੜਾ ਰੱਬ ਦੇ ਰੰਗ ਵਿੱਚ ਰੰਗਿਆ ਹੋਵੇ ਉਹਦੀ ਡਿਮਾਂਡ ਵਿੱਚ ਅੰਤਰ ਹੁੰਦਾ ਜੇ,
ਉਹਦੇ ਅੰਦਰ ਘਬਰਾਹਟ ਨਹੀਂ। ਤੇ ਕਹਿ ਸਕਦਾ ਸੀ ਨਾ, ਜੇ ਘਬਰਾਹਟ ਹੁੰਦੀ ਤਾਂ ਉਹਨੇ ਕਹਿਣਾ ਸੀ ਭਾਈ ਐਦਾਂ ਕਰੋ ਮੈਨੂੰ ਛੱਡ ਦਿਓ, ਇਹੀ ਕਹਿਣਾ ਸੀ ਨਾ ਵੀ ਮੈਨੂੰ ਇੱਥੋਂ ਛੱਡ ਦਿਓ। ਕਹਿੰਦਾ ਹਾਂ ਆਖਰੀ ਡਿਮਾਂਡ ਹੈ। ਕਹਿੰਦੇ ਕੀ? ਕਹਿੰਦਾ ਮੇਰਾ ਮੂੰਹ ਮੇਰੇ ਗੁਰੂ ਵੱਲ ਨੂੰ ਕਰ ਦਿਓ। ਕਿਉਂ? ਕਿਉਂਕਿ ਕਹਿੰਦਾ ਜਦ ਤੱਕ ਮੇਰੀਆਂ ਅੱਖਾਂ ਖੁੱਲੀਆਂ ਰਹਿਣ ਮੈਨੂੰ ਮੇਰੇ ਗੁਰੂ ਦੇ ਦੀਦਾਰ ਹੁੰਦੇ ਰਹਿਣ। ਇਹ ਹੈ ਗੁਰੂ ਦਾ, ਇਹ ਹੈ ਸਿੱਖੋ ਗੁਰੂ ਦਾ ਤੇ ਸਿੱਖ ਦਾ ਇੱਕ ਰਿਸ਼ਤਾ। ਪ੍ਰੇਮ ਵਿੱਚ ਰੰਗ ਵਿੱਚ ਰੰਗੇ ਹੋਏ ਜਿਨ੍ਹਾਂ ਨੂੰ ਅਪਾਰ ਰੰਗ ਚੜ੍ਹ ਗਿਆ, ਜਿਹੜੀਆਂ 7 ਪੁਰਸ਼ਾਂ ਨੂੰ ਅਪਾਰ ਰੰਗ ਚੜ੍ਹ ਗਿਆ। ਤੇ ਜਦੋਂ ਕਹਿੰਦੇ ਇਹ ਤੇ ਪੂਰੀ ਹੋ ਜਾਏਗੀ, ਕੋਈ ਇਹੋ ਜਿਹੀ ਤੇ ਭਾਵੇਂ ਹੋਰ ਵੀ ਮੰਗ ਲਾ। ਕਹਿੰਦੇ ਫਿਰ ਭਾਈ ਮਤੀ ਦਾਸ ਨੇ ਆਰੇ ਦੇ ਦੰਦਿਆਂ ਥੱਲੇ ਉਂਗਲੀ ਫੇਰੀ ਤੇ ਕਹਿਣ ਲੱਗੇ ਜਲਾਦਾ ਆਰੇ ਦੇ ਦੰਦੇ ਤਿੱਖੇ ਕਰ ਲਾ। ਕਹਿੰਦਾ ਘਬਰਾ ਗਿਆ ਹੁਣ ਫਿਰ? ਕਹਿੰਦਾ ਨਹੀਂ ਘਬਰਾਇਆ ਨਹੀਂ। ਕਹਿੰਦਾ ਕਿਉਂ? ਕਹਿੰਦਾ ਦੰਦੇ ਤਿੱਖੇ ਕਰ ਲਾ। ਕਹਿੰਦਾ ਤੇਰੇ ਖੁੰਡੇ ਦੰਦਿਆਂ ਨੇ ਮੇਰੀ ਸਿੱਖੀ ਕਲੰਕਿਤ ਕਰ ਦੇਣੀ। ਕਹਿੰਦਾ ਉਹ ਕਿਵੇਂ? ਕਹਿੰਦਾ ਜਦੋਂ ਤੂੰ ਮੇਰੇ ਸਰੀਰ ਦੇ ਉੱਤੇ ਜਿਸਮ ਦੇ ਉੱਤੇ ਆਰਾ ਚਲਾਉਣਾ ਹੈ ਨਾ, ਯਾਦ ਰੱਖੀ ਉਸ ਵਕਤ ਮੈਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਬਾਣੀ ਦੇ ਨਾਲ ਜੁੜ ਕੇ ਇਸ ਆਰੇ ਦੇ ਥੱਲੇ ਅਹਿਲ ਤੇ ਅਡੋਲ ਰਹਿਣਾ ਹੈ, ਘਬਰਾਉਣਾ ਨਹੀਂ। ਤੇਰੇ ਖੁੰਡੇ ਦੰਦਿਆਂ ਨੇ ਚੀਰ ਟੇਡਾ ਪਾ ਦੇਣਾ ਹੈ। ਆਉਣ ਵਾਲੀਆਂ ਨਸਲਾਂ ਸ਼ੱਕ ਕਰਨਗੀਆਂ ਮਤੀ ਦਾਸ ਆਰੇ ਥੱਲੇ ਹਿੱਲਿਆ ਹੋਵੇਗਾ। ਮੈਂ ਤਾਂ ਕਿੰਨੇ ਦੰਦੇ ਤਿੱਖੇ ਕਰ ਲਾ ਕਿ ਚੀਰ ਸਿੱਧਾ ਪੈ ਸਕੇ, ਆਉਣ ਵਾਲੀਆਂ ਨਸਲਾਂ ਫਖਰ ਤੇ ਮਾਣ ਨਾਲ ਕਹਿਣ ਮਤੀ ਦਾਸ ਆਰੇ ਥੱਲੇ ਵੀ ਅਹਿਲ ਤੇ ਅਡੋਲ ਰਿਹਾ ਸੀਗਾ। ਇਹ ਹੈ ਉਹਨਾਂ ਦੀ ਗੱਲ ਜਿਹੜੇ ਪ੍ਰੇਮ ਦੇ ਰੰਗ ਵਿੱਚ ਰੰਗੇ ਹੋਏ ਸਨ, ਜਿਨ੍ਹਾਂ ਨੂੰ ਅਪਾਰ ਰੰਗ ਚੜ੍ਹ ਗਿਆ, ਜਿਨ੍ਹਾਂ ਦੀ ਆਤਮਾ ਦੇ ਉੱਤੇ ਉਸ ਪ੍ਰਮਾਤਮਾ ਦਾ ਰੰਗ ਚੜ੍ਹ ਗਿਆ। ਉਹਨਾਂ ਦੀ ਗੱਲ ਨਹੀਂ ਜਿਨ੍ਹਾਂ ਨੇ ਇੱਥੇ ਕਿਸੇ ਰੁਮਾਲੇ ਤੇ ਕਿੰਤੂ ਕਰ ਦਿੱਤਾ। ਉਹਨਾਂ ਦੀ ਗੱਲ ਨਹੀਂ ਕਿਸੇ ਨੇ ਕਹਿ ਦਿੱਤਾ ਇੱਧਰੋਂ ਨੂੰ ਚੱਲ ਗਿਆ। ਜਦੋਂ ਕਿ ਬਿਨਾਂ ਕਿਸੇ ਸੋਚੇ ਸਮਝੇ ਅਜਿਹੀਆਂ ਗੱਲਾਂ ਕਰਨ ਵਾਲੇ ਲੋਕ ਇੱਥੇ ਬੇਅੰਤ ਮਿਲ ਜਾਣਗੇ। ਜਿਨ੍ਹਾਂ ਨੂੰ ਸੰਸਥਾਵਾਂ ਦੇ ਨਿਯਮਾਂ ਦਾ ਪਤਾ ਹੈ ਉਹ ਕਦੀ ਮੂੰਹ ਨਹੀਂ ਖੋਲਣਗੇ। ਉਹਨਾਂ ਨੂੰ ਪਤਾ ਹੈ ਕਿ ਨਿਯਮ ਕੀ ਹੈ, ਕਿਵੇਂ ਚੀਜ਼ ਆਉਂਦੀ ਤੇ ਕਿਵੇਂ ਜਾਂਦੀ ਹੈ। ਕਿਉਂਕਿ ਕਿੰਤੂ ਕਰਨ ਵਾਲਿਆਂ ਦੀ ਇੱਥੇ ਕਮੀ ਨਹੀਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਾਣੀ ਵਿੱਚ ਸਾਨੂੰ ਕੀ ਸਮਝਾਉਣਾ ਕੀਤਾ, ਕੀ ਸਿੱਖਿਆ ਕੀਤੀ? ਕਹਿੰਦੇ ਨਾਮ ਰੱਤੇ ਜਿਹੜੇ ਨਾਮ ਦੇ ਰੰਗ ਵਿੱਚ ਰੰਗੇ ਗਏ। ਕਿਹੜੇ? ਪ੍ਰਭ ਰੰਗ ਅਪਾਰ, ਪ੍ਰਮਾਤਮਾ ਦੇ ਅਪਾਰ ਜਿਹਦਾ ਪਾਰਾ ਨਹੀਂ ਵਾਰਿਆ ਜਾ ਸਕਦਾ, ਉਸ ਪ੍ਰੇਮ ਦੇ ਰੰਗ ਵਿੱਚ। ਪ੍ਰੇਮ ਦਾ ਰੰਗ ਇੱਕ ਐਸਾ ਹੈ ਜਿਸ ਰੰਗ ਦਾ ਕੋਈ ਦੂਸਰਾ ਰੂਪ ਨਹੀਂ ਹੈ। ਮੈਂ ਇਹ ਗੱਲ ਅਕਸਰ ਕਹਿੰਦਾ ਹੁੰਦਾ, ਜਿੱਥੇ ਪਿਆਰ ਹੋਵੇ, ਜਿੱਥੇ ਪਿਆਰ ਹੋਵੇ ਉੱਥੇ ਵਪਾਰ ਨਹੀਂ ਹੁੰਦਾ। ਜਿੱਥੇ ਵਪਾਰ ਹੋਵੇ ਉੱਥੇ ਪਿਆਰ ਨਹੀਂ ਹੁੰਦਾ। ਕਿਉਂਕਿ ਪਿਆਰ ਉਦੋਂ ਖੁਸ਼ ਹੁੰਦਾ ਹੈ ਜਦੋਂ ਕੁਛ ਦੇ ਦਿੰਦਾ ਹੈ, ਵਪਾਰ ਉਦੋਂ ਖੁਸ਼ ਹੁੰਦਾ ਹੈ ਜਦੋਂ ਕੁਛ ਲੈ ਲੈਂਦਾ ਹੈ। ਵਪਾਰ ਦਾ ਕੰਮ ਹੈ ਨਾ ਆਪਣੇ ਵਿਊ ਵਧਾਉਣੇ, ਚਾਹੇ ਕਿਸੇ ਤਰੀਕੇ ਨਾਲ ਵੱਧ ਜਾਣ, ਝੂਠ ਬੋਲ ਕੇ ਵੀ ਕਿਉਂ ਨਾ ਵੱਧ ਜਾਣ। ਪਿਆਰ ਦਾ ਕੰਮ ਇਹ ਨਹੀਂ ਹੈ। ਪਿਆਰ ਦਾ ਤੇ ਸਮਰਪਿਤ ਭਾਵ ਹੈ। ਇੱਥੇ ਸਮਝਣ ਵਾਲੀ ਗੱਲ ਹੈ। ਸਤਿਗੁਰੂ ਸੱਚੇ ਪਾਤਸ਼ਾਹ ਪਿਆਰ ਉਦੋਂ ਖੁਸ਼ ਹੁੰਦਾ ਹੈ ਜਦੋਂ ਕੁਛ ਦੇ ਦਿੰਦਾ ਹੈ, ਵਪਾਰ ਉਦੋਂ ਖੁਸ਼ ਹੁੰਦਾ ਹੈ ਜਦੋਂ ਕੁਛ ਲੈ ਲੈਂਦਾ ਹੈ। ਪਿਆਰ ਦਾ ਸੁਭਾਅ ਦੇਣਾ ਹੈ, ਵਪਾਰ ਦਾ ਸੁਭਾਅ ਲੈਣਾ ਹੈ। ਇੱਥੇ ਅੰਤਰ ਹੈ। ਇੱਥੇ ਇਸ ਸੰਸਾਰ ਦੇ ਅੰਦਰ ਵਪਾਰੀ ਲੋਕ ਵੀ ਬੇਅੰਤ ਨੇ, ਪਰ ਪਿਆਰ ਵਾਲੇ, ਗੁਰੂ ਤੋਂ ਜਾਨਾਂ ਨਿਸ਼ਾਵਰ ਕਰਨ ਵਾਲੇ, ਇਹਨਾਂ ਸੰਸਥਾਵਾਂ ਲਈ ਜੀਣ ਵਾਲੇ ਲੋਕ ਵੀ ਬੇਅੰਤ ਨੇ। ਉਹਨਾਂ ਦੀ ਵੀ ਕੋਈ ਕਮੀ ਨਹੀਂ ਹੈ। ਸਤਿਗੁਰੂ ਜੀ ਕਹਿੰਦੇ ਨਾਮ ਰਤੇ ਪ੍ਰਭ ਰੰਗ ਅਪਾਰ। ਸਾਧ ਗਾਵੈ ਗੁਣ ਏਕ ਨਿਰੰਕਾਰ। ਇੱਥੇ ਜਿੱਥੇ ਇੱਕ ਦੀ ਗੱਲ ਆ ਗਈ, ਪਰਮਾਤਮਾ ਇੱਕ ਹੈ, ਜਿਹਦੇ ਵਰਗਾ ਦੂਸਰਾ ਹੋਰ ਕੋਈ ਹੈ ਹੀ ਨਹੀਂ। ਉਹ ਨਿਰੰਕਾਰ ਜਿਹਦਾ ਕੋਈ ਆਕਾਰ ਨਹੀਂ ਹੈ। ਉਹ ਪਰਮਾਤਮਾ ਜਿਸ ਦਾ ਕੋਈ ਆਕਾਰ ਨਹੀਂ ਤੇ ਸਾਰੇ ਆਕਾਰ ਉਸ ਦੇ ਨੇ। ਉਹ ਪਰਮਾਤਮਾ ਜਿਹੜਾ ਏਕ ਹੈ, ਅਨੇਕ ਹੈ, ਜਿਹੜਾ ਇੱਕ ਤੋਂ ਅਨੇਕਤਾ ਤੇ ਅਨੇਕਤਾ ਤੋਂ ਇੱਕ ਵਿੱਚ ਹੈ। ਉਸ ਪ੍ਰਮਾਤਮਾ ਦੇ ਸਤਿਪੁਰਸ਼ ਜਿਹੜੇ ਗੁਣ ਗਾਉਂਦੇ ਹਨ ਤੇ ਉਸ ਪ੍ਰਮਾਤਮਾ ਦੇ ਰੰਗ ਵਿੱਚ ਰੰਗੇ ਰਹਿੰਦੇ ਹਨ। ਰਹਾਉ ਸਤਿਗੁਰੂ ਜੀ ਠਹਿਰਾਓ ਦੇ ਕੇ ਉਪਦੇਸ਼ ਕਰਦੇ ਹਨ। ਸਾਧ ਕੀ ਸੋਭਾ ਆਤਮ ਸਕੀਨੀ। ਸਤਿਪੁਰਸ਼ਾਂ ਦੀ ਜਿਹੜੀਆਂ ਆਤਮਾਵਾਂ ਪਰਮਾਤਮਾ ਦੇ ਰੰਗ ਵਿੱਚ ਰੰਗੀਆਂ ਹੁੰਦੀਆਂ, ਉਹਨਾਂ ਦੀ ਵਡਿਆਈ, ਉਹਨਾਂ ਦੀ ਸ਼ੋਭਾ ਨਿਮਰਤਾ ਭਾਵ ਵਾਲੀ, ਨਿਮਰਤਾ ਦੇ ਰੰਗ। ਕਿਉਂਕਿ ਉਹਨਾਂ ਨੂੰ ਤਤੀ ਤਵੀ ਦੁਖੀ ਨਹੀਂ ਕਰ ਸਕਦੀ। ਉਹਨਾਂ ਨੂੰ ਕੋਈ ਦੁੱਖ ਦੁਖੀ ਨਹੀਂ ਕਰ ਸਕਦਾ, ਕਿਉਂਕਿ ਉਹ ਦੁੱਖ ਵਿੱਚ ਵੀ ਸੁੱਖ ਮਨਾ ਲੈਂਦੇ ਹਨ। ਸੰਤ ਵਡਾਈ ਹਰ ਜਸ ਚੀਨੀ। ਪਰਮਾਤਮਾ ਦਾ ਕੇਵਲ ਨਾਮ ਹੀ, ਉਸ ਨੂੰ ਹੀ ਆਪਣੇ ਹਿਰਦੇ ਵਿੱਚ ਵਸਾਉਂਦੇ ਹਨ, ਉਸ ਨੂੰ ਹੀ ਚੀਨਦੇ ਹਨ। ਜਿਹੜੇ ਸਤ ਪੁਰਸ਼ ਹਨ ਪਰਮਾਤਮਾ ਦੀ ਵਡਿਆਈ ਵਿੱਚ ਜੁੜਦੇ ਹਨ। ਆਨੰਦ ਸੰਤਨ ਕੈ ਭਗਤ ਗੋਬਿੰਦ। ਸਤਿਪੁਰਸ਼ਾਂ ਦੇ ਹਿਰਦੇ ਦੇ ਅੰਦਰ ਆਨੰਦ ਬਣਿਆ ਰਹਿੰਦਾ ਹੈ। ਆਰੇ ਥੱਲੇ ਵੀ ਆਨੰਦ ਮਾਣ ਲੈਂਦੇ ਨੇ। ਉਹ ਦੇਗ ਵਿੱਚ ਉਬਲ ਰਿਹਾ,
ਉਹਨਾਂ ਨੂੰ ਰੂਹ ਸਾੜ ਦਿੰਦਾ ਹੈ, ਪਰ ਉਹਨਾਂ ਦਾ ਆਤਮਿਕ ਆਨੰਦ ਨਹੀਂ ਛੱਡਦਾ, ਉਹਨਾਂ ਦੀ ਆਤਮਿਕ ਸ਼ਾਂਤੀ ਨਹੀਂ ਛੱਡਦੀ। ਬੇਸ਼ੱਕ ਰੂਹ ਸਾੜ ਦੇਵੇ, ਅੱਗ ਸਾੜ ਸਕਦੀ ਹੈ, ਅੱਗ ਸਰੀਰ ਨੂੰ ਸਾੜ ਸਕਦੀ ਹੈ, ਪਰ ਆਤਮਾ ਦੀ ਸ਼ਾਂਤੀ ਨਹੀਂ ਛੱਡਦੀ। ਉਹਨਾਂ ਦੇ ਆਤਮਾ ਦੇ ਅੰਦਰ ਆਨੰਦ ਬਣਿਆ ਰਹਿੰਦਾ। ਕਿਹਨਾਂ ਦੇ? ਜਿਨ੍ਹਾਂ ਨੇ ਭਗਤ ਗੋਬਿੰਦ, ਜਿਨ੍ਹਾਂ ਨੇ ਆਪਣੇ ਜੀਵਨ ਦਾ ਆਧਾਰ ਭਗਤ ਭੱਬਾ ਗੱਗਾ ਤੱਤਾ, ਤੱਤੇ ਨੂੰ ਇੱਥੇ ਆ ਸਿਹਾਰੀ, ਇਹਦਾ ਮਤਲਬ ਹੈ ਇਸਤਰੀਵਾਚਕ। ਜਦੋਂ ਇਸਤਰੀਵਾਚਕ ਸ਼ਬਦ ਆਏਗਾ ਉਹਦਾ ਅਰਥ ਹੋਏਗਾ ਭਗਤੀ। ਜਦੋਂ ਭੱਬਾ ਗੱਗਾ ਤੇ ਤੱਤਾ ਆਏਗਾ ਉਹਦਾ ਮਤਲਬ ਹੋਏਗਾ ਬਹੁਤੇ ਭਗਤਾਂ ਦੀ ਗੱਲ, ਉਹ ਬਹੁ ਵਚਨ ਹੈ। ਜਦੋਂ ਤੱਤੇ ਨੂੰ ਔਂਕੜ ਆਏਗਾ ਉਹਦਾ ਮਤਲਬ ਹੁੰਦਾ ਇੱਕ ਭਗਤ ਦੀ ਗੱਲ ਹੈ। ਜਦੋਂ ਅਸੀਂ ਬਾਣੀ ਨੂੰ ਪੜ੍ਹਦੇ ਹਾਂ, ਗੁਰੂ ਸਾਹਿਬ ਜੀ ਨੇ ਸਾਡੇ ਤੇ ਏਡੀ ਵੱਡੀ ਕਿਰਪਾ ਕੀਤੀ, ਕੋਈ ਮਾਤਰਾ ਦੀ ਗੁੰਜਾਇਸ਼ ਨਹੀਂ ਛੱਡੀ। ਮੈਂ ਕਈ ਵਾਰ ਕਹਿੰਦਾ ਨਾ ਕਿੱਡੀ ਕਮਾਲ ਹੋ ਗਈ, ਮੈਂ ਬੜਾ ਹੈਰਾਨ ਹੋਇਆ। ਸਤਿਗੁਰੂ ਜੀ ਦੀ ਬਾਣੀ ਪੜ੍ਹਦੇ ਹਾਂ, ਮੂਲ ਮੰਤਰ ਨੂੰ ਪੜਿਆ, ਸਤਨਾਮ ਮੰਮੇ ਨੂੰ ਔਂਕੜ ਲੱਗੀ, ਕਰਤਾ ਪੁਰਖ ਖੱਖੇ ਨੂੰ ਔਂਕੜ ਲੱਗੀ, ਨਿਰਵੈਰ ਰਾਰੇ ਨੂੰ ਔਂਕੜ ਲੱਗੀ, 3 ਔਂਕੜਾਂ ਆਈਆਂ। ਤੇ ਜਦੋਂ ਗੁਰਬਾਣੀ ਨੂੰ ਪੜ੍ਹਦੇ ਹਾਂ, ਗੁਰਬਾਣੀ ਦੀ ਗ੍ਰਾਮਰ ਨੂੰ ਪੜ੍ਹਿਆ ਤੇ ਮੈਂ ਹੈਰਾਨ ਹੋਇਆ ਕਿ ਜਦੋਂ ਇੱਕ ਵਚਨ ਨਾਉਨ ਤੇ ਪੁਲਿੰਗ ਆਏਗਾ ਆਖਰੀ ਅੱਖਰ ਨੂੰ ਔਂਕੜ ਆਏਗੀ। ਪਰ ਯਾਦ ਰੱਖੋ, ਮੈਂ ਹੈਰਾਨ ਉਦੋਂ ਹੋਇਆ ਜਦੋਂ ਅਕਾਲ ਇੱਕ ਵਚਨ ਨਾਉਨ ਤੇ ਪੁਲਿੰਗ ਲੱਲੇ ਨੂੰ ਔਂਕੜ ਹੈ ਨਹੀਂ, ਗੁਰ ਰਾਰੇ ਨੂੰ ਔਂਕੜ ਹੈ ਨਹੀਂ। ਕਿਉਂ? ਕਿਉਂਕਿ ਉਹਦੇ ਦੂਸਰਾ ਪੱਖ ਆ ਗਿਆ। ਜਦੋਂ ਇੱਕ ਵਚਨ ਨਾਉਨ ਤੇ ਪੁਲਿੰਗ ਹੋਏਗਾ ਔਂਕੜ ਆਏਗੀ, ਪਰ ਜਦੋਂ ਯਾਦ ਰੱਖਿਓ ਸੰਬੰਧਕ ਹੋ ਜਾਏਗਾ ਉਹਦੀ ਔਂਕੜ ਹਟ ਜਾਏਗੀ। ਇਸ ਤੋਂ ਇਲਾਵਾ ਵੀ ਔਂਕੜ ਆਉਂਦੀ, ਇੱਕ ਵਚਨ ਨਾਉਨ ਪੁਲਿੰਗ ਤੋਂ ਇਲਾਵਾ ਵੀ ਔਂਕੜ ਆਉਂਦੀ ਹੈ। ਉਹਦੇ ਰੂਪ ਕਿਹੜੇ ਕਿਹੜੇ ਹੈ? ਕਿਉਂਕਿ ਸਮੇਂ ਵਿੱਚ ਰਹਿੰਦਿਆਂ ਸਮੇਂ ਦੀ ਨਿਜਾਤ ਨੂੰ ਫਿਰ ਕਦੀ ਸਾਂਝਾ ਕਰਾਂਗੇ। ਕੇਵਲ ਤੇ ਕੇਵਲ ਜਿਹੜੀ ਕਲਾਸ ਲਾਈ ਦੀ ਗੁਰਬਾਣੀ ਸੰਥਿਆ ਦੇ ਵਿੱਚ, ਉਹਦੇ ਵਿੱਚ ਜ਼ਰੂਰ ਇਹ ਗੱਲਾਂ ਸਾਂਝੀਆਂ ਕੀਤੀਆਂ ਜਾਂਦੀਆਂ ਨੇ। ਆਓ ਮੈਂ ਆਪਣੇ ਸਮੇਂ ਵਿੱਚ ਧਿਆਨ ਵਿੱਚ ਰੱਖਦੇ ਹਾਂ, ਸਤਿਗੁਰੂ ਜੀ ਨੇ ਇੱਥੇ ਜ਼ਿਕਰ ਕੀ ਕੀਤਾ ਹੈ? ਭਗਤ ਭੱਬਾ ਗੱਗਾ ਤੱਤੇ ਨੂੰ ਸਿਹਾਰੀ। ਕਿਉਂ? ਇਹਦਾ ਅਰਥ ਹੈ ਭਗਤੀ। ਤੇ ਭਗਤੀ, ਜਿਨ੍ਹਾਂ ਨੇ ਗੋਬਿੰਦ ਦੀ ਭਗਤੀ ਕੀਤੀ ਉਹਨਾਂ ਦਾ ਆਤਮਿਕ ਆਨੰਦ ਨਹੀਂ ਸੜਿਆ, ਉਹਨਾਂ ਸਤਿਪੁਰਸ਼ਾਂ ਦਾ, ਸੰਤ ਜਨਾਂ ਦਾ ਆਤਮਾ ਦਾ ਆਨੰਦ ਬਣਿਆ ਰਿਹਾ, ਭਾਵੇਂ ਰੂਹ ਵਿੱਚ ਲਪੇਟ ਕੇ ਸੜ ਦਿੱਤਾ ਗਿਆ। ਸੂਖ ਸੰਤਨ ਕੈ ਬਿਨਸੀ ਚਿੰਦ, ਉਹਨਾਂ ਦੇ ਅੰਦਰੋਂ ਚਿੰਤਾ ਮਿਟ ਜਾਂਦੀ ਹੈ। ਕਾਹਦੀ ਚਿੰਤਾ ਹੈ? ਚਿੰਤਾ ਸਾਰੀਆਂ ਖਤਮ ਹੋ ਜਾਂਦੀਆਂ, ਝੋਖੇ ਸਾਰੇ ਖਤਮ ਹੋ ਜਾਂਦੇ ਆ। ਉਹ ਅੰਦਰੋਂ ਆਤਮਿਕ ਤੌਰ ਤੇ ਸੁਖੀ ਹੋ ਜਾਂਦੇ ਆ, ਆਤਮਿਕ ਤੌਰ ਤੇ ਆਨੰਦ ਵਿੱਚ ਆ ਜਾਂਦੇ। ਕਿਸ ਨਾਲ? ਪਰਮਾਤਮਾ ਦੇ ਨਾਮ ਨਾਲ। ਜਹ ਸਾਧ ਸੰਤਨ ਹੋਵੈ ਇਕੱਤਰ, ਜਿੱਥੇ ਸਤਿਪੁਰਸ਼ ਇਕੱਠੇ ਹੋਣਗੇ ਨਾ, ਉਹਨਾਂ ਦੀ ਪਹਿਚਾਣ ਕੀ ਹੈ? ਸਤਿਗੁਰੂ ਜੀ ਕਹਿੰਦੇ ਆ, ਜਿੱਥੇ ਸਾਧ ਜਨ ਰੱਬ ਦੇ ਪਿਆਰੇ ਇਕੱਤਰ ਹੋਵਣਗੇ, ਤਹ ਹਰ ਜਸ ਗਾਵੈ ਨਾਦ ਕਵਿੱਤਰ। ਉਹ ਇਹ ਨਹੀਂ ਪੁੱਛਦੇ ਕਿ ਤੇਰੇ ਕੋਲ ਡੇਰੇ ਕਿੰਨੇ ਕੁ ਹੈ, ਤੇਰੀ ਪ੍ਰਾਪਰਟੀ ਕਿੰਨੀ, ਗੱਡੀਆਂ ਕਿੰਨੀਆਂ, ਚੇਲੇ ਕਿੰਨੇ, ਇਹ ਨਹੀਂ ਪੁੱਛਦੇ। ਉਹ ਤੇ ਕੇਵਲ ਰੱਬ ਦੀ ਬੰਦਗੀ, ਰੱਬ ਦੀ ਇਬਾਦਤ, ਰੱਬ ਦੀ ਸਿਫਤ ਸਲਾਹ, ਕੇਵਲ ਤੇ ਕੇਵਲ ਰੱਬ ਦੀ ਗੱਲ ਉੱਥੇ ਹੋਏਗੀ, ਕੇਵਲ ਪਰਮਾਤਮਾ ਦੀ ਗੱਲ ਹੋਵੇਗੀ, ਉੱਥੇ ਦੂਸਰੀ ਗੱਲ ਹੋਵੇਗੀ ਹੀ ਨਹੀਂ। ਸਾਧ ਸਭਾ ਮੈਂ ਆਨੰਦ ਬਿਸਰਾਮ, ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ, ਜਿੱਥੇ ਸਤਿਪੁਰਸ਼ਾਂ ਦੀ ਸੰਗਤ ਹੋਵੇਗੀ, ਸਭਾ ਹੋਵੇਗੀ, ਸਾਧੂਆਂ ਦੀ ਜਿੱਥੇ ਸਭਾ ਹੋਵੇਗੀ, ਉੱਥੇ ਕੀ ਹੋਏਗਾ? ਆਨੰਦ ਬਿਸਰਾਮ। ਉੱਥੇ ਆਤਮਾ ਨੂੰ ਚੈਨ ਮਿਲੇਗਾ, ਆਤਮਾ ਨੂੰ ਸ਼ਾਂਤੀ ਮਿਲੇਗੀ। ਹਿੱਲ ਸਟੇਸ਼ਨਾਂ ਤੇ ਜਾ ਕੇ ਸ਼ਾਂਤੀ ਨਹੀਂ ਮਿਲੇਗੀ। ਸਤਿਪੁਰਸ਼ਾਂ ਦੀ, ਸਾਧੂ ਜਨਾਂ ਦੀ, ਸੰਤ ਜਨਾਂ ਦੀ ਸੰਗਤ ਵਿੱਚੋਂ ਆ ਕੇ ਉਹ ਸ਼ਾਂਤੀ, ਆਤਮਾ ਦੀ ਸ਼ਾਂਤੀ ਲੱਭਦੀ ਹੈ। ਓਨ ਸੰਗ ਸੋ ਪਾਏ ਜਿਸ ਮਸਤਕ ਕਰਾਮ, ਓਨ ਸੰਗ, ਉਹਨਾਂ ਨੂੰ ਸਾਧੂਆਂ ਦੀ ਸੰਗਤ ਵਿੱਚੋਂ ਨਸੀਬ ਹੁੰਦੀ ਹੈ, ਸੋ ਪਾਏ, ਉਹ ਹੀ ਪ੍ਰਾਪਤ ਕਰਦੇ ਹਨ ਕਿ ਜਿਸ ਮਸਤਕ ਕਰਾਮ, ਜਿਨ੍ਹਾਂ ਦੇ ਮਸਤਕ ਵਿੱਚ, ਜਿਨ੍ਹਾਂ ਦੇ ਰੱਬ ਦੀ ਬਖਸ਼ਿਸ਼ ਹੈ, ਪਰਮਾਤਮਾ ਦੀ ਕਿਰਪਾ ਨਾਲ। ਬਖਸ਼ਿਸ਼ ਤੋਂ ਬਿਨਾਂ ਇਹ ਚੀਜ਼ਾਂ ਨਸੀਬ ਨਹੀਂ ਹੁੰਦੀਆਂ। ਬੰਦੇ ਦੇ ਆਪਣੇ ਐਫਰਟ ਕਈ ਵਾਰ ਫੇਲ ਹੋ ਜਾਂਦੇ ਆ, ਕਿਉਂਕਿ ਵਾਹਿਗੁਰੂ ਕਿਰਪਾ ਕਰੇ, ਬਖਸ਼ਿਸ਼ ਕਰੇ, ਇਹ ਧੁਰੋਂ ਕੋਈ ਮਸਤਕ ਦਾ ਲੇਖ, ਕੋਈ ਕਰਮ ਲਿਖਿਆ ਜਾਏ, ਗੁਰੂ ਦੀ ਰਹਿਮੋ ਕਰਮ ਹੋ ਜਾਵੇ, ਤੇ ਫਿਰ ਇਹ ਸਤਿਪੁਰਸ਼ਾਂ ਦੀ, ਸਾਧੂਆਂ ਦੀ, ਸੰਤ ਜਨਾਂ ਦੀ, ਰੱਬ ਦੇ ਪਿਆਰਿਆਂ ਦੀ, ਰੱਬ ਰੰਗੀਆਂ ਆਤਮਾਵਾਂ ਦੀ ਸੰਗਤ ਜਿਹੜੀ ਹੈ ਉਹ ਨਸੀਬ ਹੁੰਦੀ ਹੈ। ਦੋਏ ਕਰ ਜੋੜ ਕਰੀ ਅਰਦਾਸ, ਦੋਵੇਂ ਹੱਥ ਜੋੜ ਕੇ, ਸੰਗਤ ਜੀ, ਦੋਵੇਂ ਹੱਥ ਜੋੜ ਕੇ ਅਰਦਾਸ ਕਰਦਾ ਹਾਂ। ਚਰਨ ਪਖਾਰ ਕਹਾ ਗੁਣ ਤਾਸ, ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿੰਦੇ, ਮੈਂ ਦੋਵੇਂ ਹੱਥ ਜੋੜ ਕੇ ਅਰਦਾਸ ਕਰਦਾ। ਕੀ ਅਰਦਾਸ ਕਰਦਾ? ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿ ਰਹੇ, ਕਹਿੰਦੇ ਹੈ ਚਰਨ ਪਖਾਰ। ਪਖਾਰ ਦਾ ਅਰਥ ਹੈ ਧੋਣਾ। ਮੈਂ ਉਹਨਾਂ ਦੇ ਚਰਨ ਧੋਂਦਾ ਹਾਂ, ਤੇ ਉਹਨਾਂ ਦੇ ਜਿਹੜੇ ਗੁਣ ਨੇ, ਉਹ ਗੁਣਾਂ ਦਾ ਜਿਹੜਾ ਉਹਨਾਂ ਕੋਲ ਖਜ਼ਾਨਾ ਹੈ, ਪਰਮਾਤਮਾ ਦਾ ਨਾਮ ਹੈ, ਉਹਨਾਂ ਦੇ ਮੈਂ ਸਤਿਪੁਰਸ਼ਾਂ ਦੇ, ਸਾਧੂਆਂ ਦੇ ਚਰਨ ਧੋਂਦਾ ਹਾਂ ਤੇ ਗੁਣਾਂ ਦਾ ਖਜ਼ਾਨਾ ਪ੍ਰਾਪਤ ਕਰਦਾ ਹਾਂ। ਪ੍ਰਭ ਦਇਆਲ ਕਿਰਪਾਲ ਹਜੂਰ, ਉਹ ਜਿਹੜਾ ਪ੍ਰਭੂ ਹੈ ਨਾ,
ਇਹ ਦਿਆਲੂ ਹੈ। ਪਰਮਾਤਮਾ ਹਮੇਸ਼ਾ ਦਿਆਲੂ ਹੈ। ਜੀਵ ਤੇ ਘੜੀ 'ਚ ਦਿਆਲੂ ਤੇ ਘੜੀ 'ਚ ਕੁਛ ਤੇ ਘੜੀ 'ਚ ਕੁਛ, ਇਹਦਾ ਤੇ ਪਲਟਦਾ ਰਹਿੰਦਾ ਹੈ ਨਾ। ਪਰ ਉਹ ਜਿਹੜਾ ਪਰਮਾਤਮਾ ਹੈ ਉਹ ਦਿਆਲੂ ਹੈ, ਹਮੇਸ਼ਾ ਦਇਆ ਕਰਦਾ ਹੈ। ਪਰਮਾਤਮਾ ਦਾ ਸੁਭਾਅ ਦਇਆ ਹੈ। ਇਸੇ ਕਰਕੇ ਧਰਮੀ ਦੀ ਪਰਿਭਾਸ਼ਾ ਜਿਹੜੀ ਹੈ ਨਾ, ਉਹਦੇ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਧਰਮੀ ਦੀ ਡੈਫੀਨੇਸ਼ਨ 'ਚ ਵੀ ਦੱਸਿਆ ਕਿ ਧਰਮੀ ਵੀ ਦਇਆਵਾਨ ਹੁੰਦਾ ਹੈ। ਆਪਾਂ ਪੜ੍ਹਦੇ ਹਾਂ ਗੁਰੂ ਨਾਨਕ ਸਾਹਿਬ ਜੀ ਦੇ ਬਚਨ, ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸਤਵਟ ਅਲ, ਧਰਮੀ ਦੀ ਪਹਿਚਾਣ ਦੱਸ ਦਿੱਤੀ। ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ, ਜਿਨ੍ਹਾਂ ਨੇ 14 ਸਾਲ 9 ਮਹੀਨੇ ਤੇ 13 ਦਿਨ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਬੰਦਗੀ ਕੀਤੀ, ਉੱਥੇ ਸਿਮਰਨ ਕੀਤਾ, ਨਾਮ ਜਪਿਆ ਤੇ ਜਪਣ ਦੀ ਜਾਚ ਸਿਖਾਈ। ਉੱਥੇ ਕਈ ਸਿੱਖ ਆ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ, ਭਾਈ ਭਗੀਰਥ ਜੀ ਆ ਕੇ ਸਿੱਖ ਬਣਦੇ। ਜਦੋਂ ਭਾਈ ਭਗੀਰਥ ਜੀ ਨੂੰ ਰਾਤ ਸੁੱਤਿਆਂ ਸੁਪਨਾ ਆਉਂਦਾ ਹੈ ਤੇ ਸੁਪਨੇ 'ਚ ਉਹਨੂੰ ਕਾਲੀ ਦੇ ਦਰਸ਼ਨ ਹੁੰਦੇ। ਕਾਲੀ ਦਾ ਪੁਜਾਰੀ ਸੀ ਤੇ ਕਹਿੰਦੀ ਕਿ ਮੰਗ ਲੈ, ਤੇ ਕਹਿੰਦਾ ਮੈਨੂੰ ਮੁਕਤੀ ਦੇ ਦਿਓ। ਤੇ ਉਸ ਵਕਤ ਉਹ ਕਹਿੰਦੀ ਕਿ ਮੁਕਤੀ ਮੈਂ ਨਹੀਂ ਦੇ ਸਕਦੀ, ਗੁਰੂ ਨਾਨਕ ਸਾਹਿਬ ਜੀ ਕੋਲ ਚਲਿਆ ਜਾ। ਅਗਲੇ ਦਿਨ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ 'ਚ ਸੁਲਤਾਨਪੁਰ ਲੋਧੀ ਦੀ ਧਰਤੀ ਤੇ, ਜਿੱਥੇ ਗੁਰਦੁਆਰਾ ਹੱਟ ਸਾਹਿਬ ਹੈ, ਮੋਦੀ ਖਾਨੇ ਦੇ ਅੰਦਰ ਸਤਿਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ 'ਚ ਹਾਜ਼ਰ ਹੋਇਆ ਤੇ ਮਨ 'ਚ ਇੱਕ ਤੌਖਲਾ ਲੈ ਕੇ ਸੋਚਦਾ ਹੈ, ਮੈਂ ਵੀ ਵਪਾਰੀ, ਇਹ ਵੀ ਵਪਾਰੀ, ਮੇਰੇ ਤੇ ਇਹਦੇ 'ਚ ਫਰਕ ਤੇ ਕੁਛ ਨਹੀਂ ਹੈ। ਕਿਉਂਕਿ ਅਸੀਂ ਬਾਹਰੋਂ ਦੇਖਣਾ ਚਾਹੁੰਦੇ ਨੇ ਕਿ ਬਾਹਰ ਦਾ ਕੋਈ ਦਿਖੇ ਇਹਦੀ ਕੋਈ ਗੱਲ, ਪਰ ਅੰਦਰ ਦੀ ਗੱਲ ਦਾ ਤੇ ਸਮਝ ਬਾਅਦ ਵਿੱਚ ਕਈ ਵਾਰ ਆਉਂਦੀ, ਪਹਿਲਾਂ ਨਹੀਂ ਆਉਂਦੀ। ਸੋ ਭਾਈ ਭਗੀਰਥ ਜੀ ਬੈਠ ਗਏ, ਬੈਠੇ ਰਹੇ, ਪਰ ਗੁਰੂ ਨਾਨਕ ਸਾਹਿਬ ਜੀ ਦੀ ਸ਼ਖਸੀਅਤ ਤੋਂ ਇੰਨਾ ਪ੍ਰਭਾਵ ਪਿਆ ਤੇ ਮਨ ਵਿੱਚ ਸੋਚਦੇ ਕਿ ਮੇਰਾ ਨਾਂ ਲੈ ਕੇ ਆਵਾਜ਼ ਮਾਰਨ। ਸਤਿਗੁਰੂ ਨਾਨਕ ਸਾਹਿਬ ਜੀ ਮੋਦੀ ਖਾਨੇ ਤੋਂ ਵਿਹਲੇ ਹੋ ਕੇ ਕਹਿੰਦੇ, ਆਓ ਭਾਈ ਭਗੀਰਥ ਜੀ ਕਿੱਧਰੋਂ ਆਉਣੇ ਹੋਏ, ਤੇ ਸਤਿਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਤੇ ਸਿਰ ਰੱਖ ਕੇ ਕਹਿ ਦਿੱਤਾ ਕਿ ਸਤਿਗੁਰੂ ਜੀ ਕਿਰਪਾ ਕਰੋ, ਮੈਨੂੰ ਮੁਕਤੀ ਦੀ ਦਾਤ ਬਖਸ਼ਿਸ਼ ਕਰ ਦਿਓ। ਕਿਉਂਕਿ ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ 3 ਬਚਨ ਕਹੇ ਭਾਈ ਭਗੀਰਥ ਜੀ ਨੂੰ ਸਿੱਖੋ। ਕਹਿੰਦੇ ਕਿਰਤ ਕਰੋ, ਕਿਰਤ ਜਿਹੜੀ ਹੈ ਉਹ ਸੱਚੀ ਸੁੱਚੀ ਹੋਵੇ, ਛਲ ਤੇ ਕਪਟ, ਠੱਗੀ ਤੇ ਹੇਰਾ ਫੇਰੀ ਨਹੀਂ ਹੋਣੀ ਚਾਹੀਦੀ। ਯਾਦ ਰੱਖਿਓ, ਕਿਰਤ ਵਿੱਚ ਹੇਰਾ ਫੇਰੀ, ਠੱਗੀ, ਚੋਰੀ ਨਹੀਂ ਹੋਣੀ ਚਾਹੀਦੀ। ਤੇ ਦੂਜਾ ਬਚਨ ਕੀਤਾ, ਕਹਿਣ ਲੱਗੇ ਕਿਰਤ ਕਰੋ ਤੇ ਨਾਮ ਜਪੋ, ਪਰਮਾਤਮਾ ਦੀ ਬੰਦਗੀ ਕਰੋ। ਨਾਮ ਜਪਣ ਨਾਲ ਹੀ ਇਹ ਪ੍ਰਾਪਤੀ ਹੋਵੇਗੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ ਤੇ ਵੰਡ ਕੇ ਛਕੋ। ਇਹ 3 ਗੱਲਾਂ ਦ੍ਰਿੜ ਕਰਾਈਆਂ। ਤੇ ਵੰਡ ਕੇ ਕੀ ਛਕਣਾ? ਅਸੀਂ ਲੰਗਰ ਬੜੇ ਵੰਡੇ, ਮੁਬਾਰਕ ਹੈ, ਵੰਡਣੇ ਵੀ ਚਾਹੀਦੇ ਆ, ਕਿਉਂਕਿ ਇਹ ਗੁਰੂ ਨਾਨਕ ਦਾ ਇਹ ਵੀ ਸਿਧਾਂਤ ਹੈ। ਪਰ ਇਹਦੇ ਨਾਲ ਨਾਲ ਹੋਰ ਬੜਾ ਕੁਝ ਵੰਡਣ ਵਾਲਾ, ਜਿਹੜਾ ਵੰਡਣ ਤੋਂ ਵਾਂਝਾ ਰਹਿ ਗਏ ਆ, ਉਹ ਗੱਲ ਗੌਰ ਕਰਿਓ ਜੇ। 2 ਚੀਜ਼ਾਂ ਹੋਰ, ਇੱਕ ਗਿਆਨ ਵੰਡਣਾ ਸ਼ੁਰੂ ਕਰ ਦਿਓ, ਇੱਕ ਪਿਆਰ ਵੰਡਣਾ ਸ਼ੁਰੂ ਕਰ ਦਿਓ। ਜਿਹੜੀ ਚੀਜ਼ ਵੰਡੋਗੇ, ਇਹ ਕੁਦਰਤ ਦਾ ਇੱਕ ਨਿਯਮ ਹੈ, ਉਹੀ ਵੱਧਦੀ ਹੈ। ਮੰਨ ਲਓ ਅਸੀਂ ਇੱਕ ਅੰਬ ਦਾ ਬੂਟਾ ਲਈਏ, ਉਹਨੂੰ ਕਿੰਨੇ ਅੰਬ ਲੱਗ ਜਾਂਦੇ? ਬਹੁਤ ਲੱਗ ਜਾਂਦੇ ਨਾ। ਇਸੇ ਤਰ੍ਹਾਂ ਇੱਕ ਬੀਜ ਨਫ਼ਰਤ ਦਾ ਬੀਜੀਏ ਤੇ ਬਹੁਤ ਸਾਰੀ ਨਫ਼ਰਤ ਮਿਲ ਜਾਂਦੀ। ਇੱਕ ਪਿਆਰ ਦਾ ਬੀਜੋਗੇ, ਬਹੁਤ ਸਾਰਾ ਪਿਆਰ ਮਿਲੇਗਾ। ਜਿਹੜੀ ਚੀਜ਼ ਵੰਡੋਗੇ, ਪਿਆਰ ਵੰਡੋਗੇ, ਪਿਆਰ ਵਧੇਗਾ। ਨਫ਼ਰਤ ਵੰਡੋਗੇ, ਨਫ਼ਰਤ ਵਧੇਗੀ। ਗਿਆਨ ਵੰਡੋਗੇ, ਗਿਆਨ ਵਧੇਗਾ। ਅਸੀਂ ਤੇ ਅਜੇ ਮੈਂ ਕਹਿੰਦਾ ਨਾ, ਸੜਕ ਵੰਡਣੀ ਵੀ ਨਹੀਂ ਸਿੱਖੀ। ਸੜਕ 'ਚ ਚੌੜੇ ਹੋ ਕੇ ਖਲੋ ਕੇ ਅਸੀਂ ਕਹਿ ਦਿੰਦੇ ਆ ਕਿ ਤੂੰ ਜਦ ਮਾਮਾ ਲੱਗਦਾ ਹੈ। ਹਾਲਾਂਕਿ ਦੂਜੇ ਨੂੰ ਰਾਹ ਰੋਕਣਾ ਬਹਾਦਰੀ ਨਹੀਂ, ਰਾਹ ਦੇਣਾ ਬਹਾਦਰੀ ਹੈ। ਅਜੇ ਤੱਕ ਸਾਨੂੰ ਇਸ ਗੱਲ ਦੀ ਸਮਝ ਨਹੀਂ ਆਈ। ਜਦੋਂ ਆ ਜਾਏਗੀ, ਗੁਰੂ ਦਾ ਸਿਧਾਂਤ ਸਾਡੀ ਝੋਲੀ 'ਚ ਪੈ ਜਾਏਗਾ, ਕਿਉਂਕਿ ਅਸੀਂ ਗੁਰੂ ਅੱਗੇ ਸੁਰਤ ਰੱਖੀ ਹੋਈ ਨਹੀਂ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਨੂੰ ਸਮਝਾਉਣਾ ਕਰਦੇ ਆ ਕਿ ਹੇ ਭਾਈ, ਦੋਏ ਘਰ ਜੋੜ ਕਰੋ ਅਰਦਾਸ, ਚਰਨ ਪੁਖਾਰ ਕਹਾਂ ਗੁਣਤਾਸ, ਪ੍ਰਭ ਦਇਆਲ ਕਿਰਪਾਲ ਹਜੂਰ। ਉਹ ਪ੍ਰਭੂ ਜਿਹੜਾ ਹੈ ਨਾ, ਇਹ ਦਇਆਵਾਨ ਹੈ, ਇਹਦਾ ਸੁਭਾਅ ਦਇਆ ਹੈ, ਤੇ ਇਹ ਕਿਰਪਾਲੂ ਵੀ ਹੈ, ਇਹ ਕਿਰਪਾ ਵੀ ਕਰਦਾ ਹੈ। ਇਹ ਹਜ਼ੂਰ ਸਾਡੇ ਪ੍ਰਭੂ ਪਰਮਾਤਮਾ ਜਿਹੜਾ ਹੈ, ਉਸ ਪਰਮਾਤਮਾ ਦੇ ਨਾਨਕ ਜੀਵੈ ਸੰਤਾ ਧੂਰ। ਜਿਹੜਾ ਦਿਆਲੂ ਹੈ, ਜਿਹੜਾ ਕਿਰਪਾਲੂ ਹੈ, ਤੇ ਜਿਹੜਾ ਹਾਜ਼ਰਾ ਹਜ਼ੂਰ ਹੈ, ਜ਼ਾਹਰਾ ਜ਼ਹੂਰ ਹੈ, ਉਸ ਪਰਮਾਤਮਾ ਦੇ ਜਿਹੜੇ ਚਰਨਾਂ ਨਾਲ ਜੁੜੇ ਹਨ। ਨਾਨਕ ਜੀਵੈ ਸੰਤਾਂ ਧੂਰ। ਤੇ 7 ਪੁਰਸ਼ਾਂ ਦੀ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿੰਦੇ ਆ, ਮੈਂ ਉਹਨਾਂ ਦੀ ਸੰਗਤ, ਉਹਨਾਂ ਦੀ ਚਰਨ ਧੂੜ ਲੋਚਦਾ ਹਾਂ। ਸਤਿਗੁਰੂ ਜੀ ਕਿਰਪਾ ਕਰਨ। ਆਓ ਹੁਣ ਲੜੀਵਾਰ ਜੋ ਕਥਾ ਹੈ ਉਹਦੀ ਸ਼ਬਦ ਦੀ ਵਿਚਾਰ ਕਰੀਏ। ਸਾਚਾ ਨਾਮ ਮੇਰਾ ਆਧਾਰੋ। ਸਤਿਗੁਰੂ ਧੰਨ ਗੁਰੂ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ, ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ। ਸਤਿਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਆ, ਮੇਰੇ ਜੀਵਨ ਦਾ, ਜਿਹੜੀ ਗੱਲ ਗੁਰੂ ਅਰਜਨ ਸਾਹਿਬ ਜੀ ਨੇ ਅੱਜ ਸਾਨੂੰ ਹੁਕਮਨਾਮੇ 'ਚ ਬਖਸ਼ਿਸ਼ ਕੀਤੀ, ਉਹੀ ਬਚਨ ਕਿਹਾ, ਸਾਚਾ ਨਾਮ ਮੇਰਾ ਆਧਾਰੋ, ਮੇਰੇ ਜੀਵਨ ਦਾ ਆਸਰਾ, ਮੇਰੇ ਜੀਵਨ ਦੀ ਥੰਮੀ ਜੇ ਕੋਈ ਹੈ ਤੇ ਉਹ ਪਰਮਾਤਮਾ ਦਾ ਨਾਮ ਹੈ। ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆ। ਯਾਦ ਰੱਖੋ,
ਮਨੁੱਖ ਦੇ ਅੰਦਰ ਜਿੰਨੀਆਂ ਵੀ ਲੋਭ ਦੀਆਂ, ਲਾਲਚ ਦੀਆਂ ਭੁੱਖਾਂ ਨੇ, ਜਿੰਨੀਆਂ ਇਹਦੇ ਅੰਦਰ ਭੁੱਖਾਂ ਨੇ, ਉਹ ਸਾਰੀਆਂ ਭੁੱਖਾਂ ਜੇ ਕਵੇ ਨਾ ਪਦਾਰਥ ਪ੍ਰਾਪਤ ਕਰਕੇ ਮਿਟ ਜਾਣ, ਨਹੀਂ ਮਿਟਦੀਆਂ, ਪਰ ਮਿਟ ਜਾਂਦੀਆਂ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਆ, ਸਾਚਾ ਨਾਮ ਆਧਾਰ ਮੇਰਾ, ਕਿਉਂਕਿ ਸਾਚ ਨਾਮ ਆਧਾਰ ਮੇਰਾ, ਜਿਹੜਾ ਪਰਮਾਤਮਾ ਦਾ ਨਾਮ ਹੈ ਉਹ ਸਾਡੇ ਜੀਵਨ ਦਾ ਆਸਰਾ ਹੈ, ਤੇ ਉਹ ਸਾਡੇ ਆਤਮਾ ਦੇ ਅੰਦਰੋਂ ਸਾਰੀਆਂ ਭੁੱਖਾਂ ਜਿਹੜੀਆਂ ਹੈ, ਸਾਰੇ ਲੋਭ ਲਾਲਚ ਜਿਹੜੇ ਉਹ ਖਤਮ ਕਰ ਦਿੰਦਾ ਹੈ। ਅੰਦਰੋਂ ਸ਼ਾਂਤੀ, ਅੰਦਰੋਂ ਟਿਕ ਜਾਂਦਾ ਹੈ, ਆਤਮਾ ਪਰਮਾਤਮਾ ਦੇ ਚਰਨਾਂ ਨਾਲ ਜੁੜ ਜਾਂਦੀ ਹੈ। ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੂਜਾਈਆ। ਜਿਹੜੀ ਸ਼ਾਂਤੀ ਤੇ ਸੁਖ ਲੱਭਣ ਲਈ ਘਰਾਂ 'ਚ ਏਸੀ ਲਵਾਏ, ਫੁੱਲ ਬਗੀਚੇ ਲਾਏ, ਬੂਟੇ ਲਾਏ, ਸੈਰਗਾਹਾਂ ਤੇ ਗਏ, ਜਿਹੜੀ ਸ਼ਾਂਤੀ ਨਹੀਂ ਲੱਭੀ, ਜਿਹੜਾ ਸੁਖ ਨਹੀਂ ਲੱਭਾ, ਜਿਹੜਾ ਚੈਨ ਨਹੀਂ ਮਿਲਿਆ, ਅੰਦਰੋਂ ਬੇਚੈਨ, ਅੰਦਰ ਤੜਫਣ, ਅੰਦਰ ਭਟਕਣ ਰਹੀ, ਉਹ ਕੀ ਸੀਗਾ? ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਕਰ ਸ਼ਾਂਤ, ਹਿਰਦੇ ਦੇ ਅੰਦਰ ਸ਼ਾਂਤੀ ਆ ਗਈ। ਕਿਉਂ? ਕਿਉਂਕਿ ਜਿਹੜੀ ਅੰਦਰ ਤ੍ਰਿਸ਼ਨਾ ਦੀ ਅੱਗ ਬਲਦੀ ਸੀ, ਉਹ ਤੇ ਨਾਮ ਦਾ ਪਾਣੀ ਪਿਆ, ਨਾਮ ਦਾ, ਪਰਮਾਤਮਾ ਦੀ ਯਾਦ ਦਾ, ਪਰਮਾਤਮਾ ਦੇ ਪਿਆਰ ਦਾ ਅੰਦਰ ਜਦੋਂ ਤੌਂਕਾ ਵੱਜਿਆ, ਤੇ ਫਿਰ ਕੀ ਆ? ਸੁਖ ਮਨ ਵਿੱਚ ਜਦੋਂ, ਕਿਉਂਕਿ ਇੱਕ ਗੱਲ ਯਾਦ ਰੱਖਿਓ, ਕੋਈ ਬੰਦਾ ਸਰੀਰਕ ਤੌਰ ਤੇ ਸੁਖੀ ਹੋਵੇ ਪਰ ਮਨ ਕਰਕੇ ਦੁਖੀ ਹੋਵੇ, ਉਹ ਬੰਦਾ ਸੁਖੀ ਨਹੀਂ ਹੋ ਸਕਦਾ। ਮਨੁੱਖ ਮਨ ਕਰਕੇ ਸੁਖੀ ਹੋਵੇ, ਮਨ ਵਿੱਚ ਸੁਖ ਹੋਵੇ, ਤੇ ਉਹਨੂੰ ਸਰੀਰ ਦਾ ਦੁੱਖ ਨੂੰ ਦੁਖੀ ਨਹੀਂ ਕਰ ਸਕਦਾ। ਮਨ ਦੇ ਦੁਖੀ ਨੂੰ ਸੁਖੀ ਨਹੀਂ ਕੀਤਾ ਜਾ ਸਕਦਾ ਬਾਹਰ ਦੇ ਸੁੱਖਾਂ ਨਾਲ। ਪਰ ਗੱਲ ਨੂੰ ਸਮਝਿਓ, ਮਨ ਦੇ ਦੁਖੀ ਨੂੰ ਬਾਹਰ ਦੇ ਸੁੱਖਾਂ ਨਾਲ ਸੁਖੀ ਨਹੀਂ ਕੀਤਾ ਜਾ ਸਕਦਾ। ਪਰ ਯਾਦ ਰੱਖਿਓ, ਜਿਹਦੇ ਮਨ ਦੇ ਵਿੱਚ ਸੁੱਖ ਆ ਜਾਏ, ਬਾਹਰ ਦੇ ਦੁੱਖ ਵੀ ਉਹਨੂੰ ਦੁਖੀ ਨਹੀਂ ਕਰ ਸਕਦੇ। ਇਹ ਗੱਲ ਸਮਝਣ ਵਾਲੀ ਹੈ, ਤੇ ਇਹੀ ਪਰਿਭਾਸ਼ਾ ਸੰਤ ਦੀ ਹੈ। ਸੰਤ ਨੂੰ ਬਾਹਰੋਂ ਮਨੁੱਖ ਜਿੰਨਾ ਮਰਜ਼ੀ ਦੁਖੀ ਕਰੀ ਜਾਵੇ, ਜਿਹੜਾ ਰੱਬ ਦੇ ਰੰਗ ਵਿੱਚ ਰੰਗਿਆ ਉਹਨੂੰ ਕੌਣ ਦੁਖੀ ਕਰ ਸਕਦਾ? ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਕਰ ਸ਼ਾਂਤ ਸੁਖ ਮਨ ਆਏ ਵਸਿਆ। ਮਨ ਵਿੱਚ, ਨੰਨੇ ਨੂੰ ਸਿਹਾਰੀ ਹੈ ਨਾ, ਇਸ ਕਰਕੇ ਮਨ ਵਿੱਚ ਆ ਕੇ ਵਸ ਗਿਆ। ਕੀ ਵਸਿਆ? ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਆ, ਜਿਨ ਇੱਛਾ ਸਭ ਪੁਜਾਈਆਂ। ਸਾਰੀਆਂ ਜਿਹੜੀਆਂ ਇੱਛਾਵਾਂ ਸਨ ਉਹ ਸਾਰੀਆਂ ਪੂਰੀਆਂ ਹੋ ਗਈਆਂ, ਮਨ ਦੇ ਅੰਦਰ ਇੱਛਾ ਰਹੀ ਕੋਈ ਨਹੀਂ। ਇੱਕ ਬੜੀ ਪਿਆਰੀ ਗਾਥਾ ਹੈ, ਜਦੋਂ ਭਾਈ ਸਾਹਿਬ ਭਾਈ ਨੰਦ ਲਾਲ ਜੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਦਰਸ਼ਨਾਂ ਵਾਸਤੇ ਆਏ ਨਾ, ਤੇ ਮਨ ਵਿੱਚ ਸੋਚ ਕੇ ਆਏ ਕਿ ਮੈਂ ਆਹ ਮੰਗਾਂਗਾ, ਉਹ ਮੰਗਾਂਗਾ। ਜਦੋਂ ਮੈਂ ਕਹਾਂਗਾ ਮੈਂ ਆਲਮ ਫਾਜ਼ਲ ਹਾਂ, ਬੜਾ ਵਿਦਵਾਨ ਹਾਂ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵਿਦਵਾਨਾਂ ਦਾ ਬੜੀ ਕਦਰ ਕਰਦੇ ਸਨ, ਕਦਰਦਾਨ ਸਨ, ਤੇ ਮੇਰੀ ਕਦਰ ਹੋਵੇਗੀ। ਜਾ ਕੇ ਕਹਿੰਦਾ ਜੀ ਮੈਂ ਆਲਮ ਫਾਜ਼ਲ ਹਾਂ, ਆਪਣੇ ਅੰਦਰ ਵਿਦਿਆ ਦਾ ਹੰਕਾਰ ਹੈ, ਵਿਦਿਆ ਦੀ ਈਗੋ ਹੈ, ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਘਟ ਕੇ ਅੰਤਰ ਕੀ ਜਾਣਤ ਜਾਣ ਗਿਆ ਜਾਣਨ ਹਾਰ ਪ੍ਰਭੂ ਪ੍ਰਵੀਨ। ਜਾਣਦੇ ਸਨ ਨਾ ਇਹਦੇ ਅੰਦਰ ਕੋਈ ਹੋਰ ਚੱਲਦਾ ਹੈ, ਇਹਦੇ ਅੰਦਰ ਅਜੇ ਵਿਦਿਆ ਦਾ ਗਰੂਰ ਚੜਿਆ। ਅੱਜ ਵੀ ਸੰਸਾਰ ਦੇ ਕੁਝ ਲੋਕਾਂ ਨੂੰ ਕਈ ਵਾਰ ਵਿਦਿਆ ਦਾ ਗਰੂਰ ਚੜਿਆ ਹੁੰਦਾ ਹੈ, ਤੇ ਕਹਿਣ ਲੱਗੇ ਜਾਓ ਫਿਰ ਭਾਈ ਨੰਦ ਲਾਲ ਜੀ, ਜਾਓ ਇੱਦਾਂ ਕਰੋ, ਜਿਹੜੇ ਲੰਗਰ ਦੇ ਜੂਠੇ ਬਰਤਨ ਉਹ ਸਾਫ਼ ਕਰੋ। ਹੁਣ ਕੋਈ ਵਿਦਵਾਨ ਹੋਵੇ ਤੇ ਉਹਨੂੰ ਜੂਠੇ ਬਰਤਨ ਸਾਫ਼ ਕਰਨ ਲਈ ਕਹਿ ਦਿਓ ਸਹੀ, ਇਹ ਤੋਂ ਵੱਡੀ ਹੋਰ ਮੌਤ ਉਹਨੂੰ ਕਿਹੜੀ ਹੋਣੀ ਹੈ? ਗੁਰੂ ਕਿਰਪਾ ਕਰੇ ਕਿ ਜਿਹੜਾ ਵਿਦਵਾਨ ਗੁਰੂ ਦੇ ਆਸ਼ੇ ਚੱਲਦਾ ਉਹਦੀ ਗੱਲ ਨਹੀਂ ਕਰਦਾ, ਮੈਂ ਉਹਦੀ ਕਰਦਾ ਜਿਨ੍ਹਾਂ ਨੇ ਕੇਵਲ ਵਿਦਿਆ ਦਾ ਗਰੂਰ ਚੜਿਆ ਹੁੰਦਾ ਹੈ। ਸੋ ਭਾਈ ਸਾਹਿਬ ਭਾਈ ਨੰਦ ਲਾਲ ਜੀ ਨੂੰ ਬੜਾ ਲੱਗਾ, ਪਰ ਜਾ ਕੇ ਜਦੋਂ ਬਰਤਨ ਸਾਫ਼ ਕਰਦਿਆਂ ਅਰਕਾਂ ਤੱਕ ਬਾਹਾਂ ਸਵਾਹ ਨਾਲ ਲਿਬੜ ਗਈਆਂ, ਅੰਦਰ ਨਿਮਰਤਾ ਆ ਗਈ। ਜਦੋਂ ਅੰਦਰ ਪਿਆਰ ਬਣਿਆ, ਗੁਰੂ ਦੇ ਨਾਲ ਜਦੋਂ ਰਿਸ਼ਤਾ ਬਣਿਆ, ਸਾਂਝ ਬਣੀ, ਤੇ ਇੱਕ ਦਿਨ ਦੀ ਗਾਥਾ ਇਤਿਹਾਸ ਚਾਹੁੰਦੀ ਕਿ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਹਾਜ਼ਰ ਹੋਇਆ, ਤੇ ਕੱਪੜੇ 'ਚ ਦਸ਼ਾਲੇ 'ਚ ਲਪੇਟ ਕੇ ਕੁਛ ਭੇਟ ਕੀਤਾ। ਸਤਿਗੁਰੂ ਜੀ ਪਾਤਸ਼ਾਹ ਜੀ ਤੇ ਸਤਿਗੁਰੂ ਜੀ ਕਹਿੰਦੇ ਕੀ ਹੈ? ਕਹਿੰਦੇ ਤੁਸੀਂ ਜਾਣਦੇ ਹੋ ਵਿੱਚ ਕੀ ਹੈ। ਜਦੋਂ ਸਤਿਗੁਰੂ ਜੀ ਨੇ ਕੱਪੜਾ ਹਟਾਇਆ ਤੇ ਕਹਿਣ ਲੱਗੇ ਕਿ ਇਹ ਉਹਦਾ ਪਹਿਲਾ ਪਰਤਾ ਪੇਜ ਖੋਲ੍ਹਿਆ, ਤੇ ਪੜ੍ਹ ਕੇ ਉਹਦੇ ਵਿੱਚੋਂ ਪੜ੍ਹ ਕੇ ਕਹਿੰਦੇ ਇਹਦਾ ਨਾਂ ਬੰਦਗੀ ਨਾਮਾ ਨਹੀਂ, ਇਹਦਾ ਨਾਮ ਤੇ ਜ਼ਿੰਦਗੀ ਨਾਮਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਮੰਗ ਕੀ ਮੰਗਦੇ, ਤੈਨੂੰ ਇੰਨਾ ਸੋਹਣਾ ਲਿਖਿਆ ਭਾਈ ਨੰਦ ਲਾਲ। ਹੁਣ ਦੇਖੋ, ਜਦੋਂ ਮਨ ਦੇ ਅੰਦਰ ਲਾਲਚ ਹੈ, ਸੋਚਦਾ ਹੈ ਕਿ ਆਹ ਲਵਾਂਗਾ ਉਹ ਲਵਾਂਗਾ, ਹੁਣ ਕੀ ਹੈ? ਗੁਰੂ ਕੋਲ ਰਹਿ ਕੇ ਉਹ ਤ੍ਰਿਸ਼ਨਾ ਮੁੱਕ ਗਈ ਹੈ, ਬੁਝ ਗਈ ਹੈ। ਗੁਰੂ ਨੇ ਕਿਰਪਾ ਕਰਕੇ ਬਖਸ਼ਿਸ਼ ਰੂਪ ਨਾਲ ਉਹ ਬੁਝਾ ਦਿੱਤੀ। ਕਹਿੰਦਾ ਸੱਚੇ ਪਾਤਸ਼ਾਹ ਕਿਸੇ ਚੀਜ਼ ਦੀ ਲੋੜ ਨਹੀਂ। ਜਦੋਂ ਦੂਜੀ ਵਾਰ ਤੀਜੀ ਵਾਰ ਬਚਨ ਕੀਤਾ ਤੇ ਸੋਚਦਾ ਹੈ ਕਿ ਜ਼ਰੂਰ ਕੋਈ ਰਮਜ ਹੈ, ਤੇ ਫਿਰ ਮਨ ਵਿੱਚ ਆਇਆ, ਕਹਿੰਦਾ ਸੱਚੇ ਪਾਤਸ਼ਾਹ ਇੱਕ ਕਿਰਪਾ ਕਰ ਦਿਓ, ਜਦੋਂ ਮੈਂ ਸਰੀਰ ਛੱਡ ਜਾਵਾਂ, ਮਰ ਜਾਵਾਂ, ਮੇਰਾ ਸਰੀਰ ਇਹਦੀ ਰਾਖ ਤੇ ਮੇਰੀਆਂ ਹੱਡੀਆਂ ਦਾ ਪੀਸ ਕੇ ਪਾਊਡਰ ਬਣਾ ਕੇ ਉਸ ਰਸਤੇ 'ਚ ਵਿਛਾ ਦਿਓ ਜਿਸ ਰਸਤੇ ਤੁਹਾਡੇ ਦਰਸ਼ਨ ਕਰਨ ਵਾਸਤੇ ਸੰਗਤ ਆ ਰਹੀ, ਮੈਂ ਉਹਦੇ ਚਰਨ ਚੁੰਮਦਾ ਰਵਾਂ। ਇਹ ਹੈ ਅੰਦਰ ਦੀ ਤ੍ਰਿਸ਼ਨਾ ਬੁੱਝਣੀ।
ਅੰਦਰ ਦੀ ਤ੍ਰਿਸ਼ਨਾ ਬੁਝੀ ਦੀ ਨਿਸ਼ਾਨੀ ਹੈ। ਸਤਪੁਰਸ਼ ਇਹੋ ਜਿਹੇ ਹੁੰਦੇ ਆ, ਉਹਨਾਂ ਦੇ ਅੰਦਰੋਂ ਤ੍ਰਿਸ਼ਨਾ ਮੁੱਕ ਜਾਂਦੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਡੀ ਝੋਲੀ ਵਿੱਚ ਇਹ ਦਾਤ ਪਾ ਕੇ ਸਾਨੂੰ ਸਮਝਾਉਣਾ ਕੀਤਾ ਕਿ ਸਾਚਾ ਨਾਮ ਮੇਰਾ ਆਧਾਰੋ ਜਿਹੜਾ ਹੈ ਨਾ, ਇਹ ਕੀ ਹੈ? ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਸਾਰੀਆਂ ਇੱਛਾ ਮੁੱਕ ਗਈਆਂ, ਕੋਈ ਇੱਛਾ ਰਹੀ ਨਹੀਂ। ਰਾਜ ਨਾ ਚਾਹੋ ਮੁਕਤ ਨਾ ਚਾਹੋ, ਗੱਲ ਯਾਦ ਰੱਖਿਓ। ਸਾਰੀਆਂ ਇੱਛਾਵਾਂ ਮੁੱਕ ਜਾਣ, ਇੱਕੋ ਇੱਛਾ ਹੋਵੇ ਨਾ ਮੁਕਤੀ ਮਿਲ ਜਾਵੇ, ਨਹੀਂ ਮਿਲੇਗੀ, ਕਿਉਂਕਿ ਇੱਕ ਇੱਛਾ ਤੇ ਬਾਕੀ ਬਚੀ ਹੈ। ਇਹ ਬਣ ਜਾਵੇ ਰਾਜ ਨਾ ਚਾਹੋ ਮੁਕਤ ਨਾ ਚਾਹੋ, ਮਨ ਪ੍ਰੀਤ ਚਰਨ ਕਮਲਾਰੇ। ਉਦੋਂ ਗੱਲ ਬਣਦੀ ਹੈ ਜਦੋਂ ਪ੍ਰਮਾਤਮਾ ਦੇ ਨਾਮ ਦੇ ਨਾਲ, ਪ੍ਰਮਾਤਮਾ ਨਾਲ ਪ੍ਰੀਤੀ ਬਣ ਜਾਵੇ, ਪ੍ਰੇਮ ਬਣ ਜਾਵੇ, ਪ੍ਰੇਮ ਦਾ ਰੰਗ ਜਦੋਂ ਚੜ ਜਾਵੇ। ਸਤਿਗੁਰੂ ਜੀ ਕਹਿੰਦੇ ਹਨ, ਸਦਾ ਕੁਰਬਾਨ ਕੀਤਾ ਗੁਰੂ ਵਿਟਹੁ, ਜਿਸ ਦੀਆਂ ਇਹ ਵਡਿਆਈ ਆ। ਮੈਂ ਸਦਕੇ ਜਾਂਦਾ, ਬਲਿਹਾਰਨੇ ਜਾਂਦਾ, ਕੁਰਬਾਨ ਜਾਂਦਾ ਹਾਂ। ਕਿਸ ਤੋਂ? ਗੁਰੂ ਤੋਂ। ਕਿਉਂਕਿ ਇਹ ਜਿਹੜੀਆਂ ਬਖਸ਼ਿਸ਼ਾਂ ਸੀ ਨਾ, ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਨਾ ਭਾਈ ਨੰਦ ਲਾਲ ਜੀ ਤੇ। ਗੁਰੂ ਕੋਲ ਆਏ ਆ ਤੇ ਗੁਰੂ ਨੇ ਬਖਸ਼ਿਸ਼ ਕਰਨੀ ਹੈ ਸਾਡੇ ਸੁਰਤ ਵਿੱਚ, ਸਾਡੇ ਹਿਰਦੇ ਵਿੱਚ। ਗੁਰੂ ਨੇ ਕਿਰਪਾ ਕਰਨੀ ਹੈ ਤੇ ਇਹ ਗੁਰੂ ਦੀਆਂ ਵਡਿਆਈਆਂ ਹਨ ਤੇ ਗੁਰੂ ਤੋਂ ਕੁਰਬਾਨ ਜਾਂਦਾ ਹਾਂ। ਕਹੈ ਨਾਨਕ ਸੁਨੋ ਸੰਤੋ, ਸ਼ਬਦ ਤਰਹੁ ਪਿਆਰੋ। ਸਤਿਗੁਰੂ ਜੀ ਫਿਰ ਕੀ ਕਹਿੰਦੇ ਆ? ਇਹ ਗੱਲ ਕਹਿੰਦੇ, ਸਤਿਪੁਰਸ਼ੋ ਸ਼ਬਦ ਦੇ ਦੁਆਰਾ ਪਿਆਰ ਸਾਂਝ, ਜਿਹੜਾ ਰਿਸ਼ਤਾ ਬਣਦਾ ਹੈ ਨਾ, ਗੁਰੂ ਨਾਲ ਰਿਸ਼ਤਾ ਬਣਨਾ ਹੈ, ਉਹ ਵੀ ਫਿਰ ਸ਼ਬਦ ਦੁਆਰਾ ਬਣੇਗਾ। ਗੁਰੂ ਦੀ ਕਿਰਪਾ ਨਾਲ ਸਤਿਪੁਰਸ਼ੋ ਜੋ ਪਿਆਰ ਜਿਹੜਾ ਹੈ, ਜਿੱਥੇ ਪਿਆਰ ਹੈ ਉੱਥੇ ਵਪਾਰ ਨਹੀਂ ਹੈ, ਜਿੱਥੇ ਵਪਾਰ ਹੈ ਉੱਥੇ ਪਿਆਰ ਨਹੀਂ ਹੈ। ਭੁੱਲਾਂ ਚੁੱਕਾਂ ਦੀ ਖਿਮਾ, ਸੰਗਤਾਂ ਦਾ ਧੰਨਵਾਦ ਜਿੱਥੇ ਕਰਦਾ ਹਾਂ ਮੈਂ, ਵਿਸ਼ੇਸ਼ ਤੌਰ 'ਤੇ ਸਮੁੱਚੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਮੈਨੇਜਮੈਂਟ ਕਮੇਟੀ ਦਾ ਧੰਨਵਾਦ, ਤੇ ਵਿਸ਼ੇਸ਼ ਤੌਰ 'ਤੇ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਮੁੱਖ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਜਿਨ੍ਹਾਂ ਨੇ ਰੱਬ ਵਰਗੀਆਂ ਸੰਗਤਾਂ ਦੇ ਇਹ ਦਰਸ਼ਨ ਕਰਨ ਦਾ ਮੇਰੇ ਵਰਗੇ ਨਾ ਚੀਜ਼ ਨੂੰ ਸੁਭਾਗ ਬਖਸ਼ਿਸ਼ ਕੀਤਾ। ਇੱਕ ਆਖਰੀ ਤੇ ਪਹਿਲੀ ਬੇਨਤੀ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਭਾਈ ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਜਿੱਥੇ ਜ਼ਿੰਦਗੀ ਦੇ ਬੜਾ ਲੰਬਾ ਸਮਾਂ ਜਿਹੜਾ ਬਤੀਤ ਕੀਤਾ, ਭਾਰਤ ਵਿੱਚ ਆਪਾਂ ਖੁੱਲ੍ਹੇ ਦਰਸ਼ਨ ਦੀਦਾਰ ਕਰ ਸਕਦੇ ਹਾਂ। ਆਪ ਸਾਰੀਆਂ ਸੰਗਤਾਂ ਨੇ ਹਾਜ਼ਰੀਆਂ ਭਰਨ ਆਉਣਾ ਜ਼ਰੂਰ ਜੀ। ਮੈਂ ਕਈ ਵਾਰ ਕਹਿੰਦਾ ਨਾ ਕਿ ਗੁਰੂ ਨਾਨਕ ਦੇ ਦਰ ਦਾ ਬੱਚਾ ਹਾਂ, ਤੇ ਬੱਚਿਆਂ ਨੇ ਲਿਖਿਆ ਹੁੰਦਾ ਕਾਰਡਾਂ ਤੇ, ਮੇਰੇ ਚਾਚੂ ਦਾ, ਮੇਰੇ ਤਾਊ ਦਾ, ਮੇਰੇ ਭੂਈ ਦਾ ਵਿਆਹ ਹੈ, ਜਲੂਲ ਆਉਣਾ। ਗੁਰੂ ਨਾਨਕ ਦੇ ਘਰ ਦਾ ਸੇਵਾਦਾਰ ਹਾਂ, ਗੁਰੂ ਨਾਨਕ ਦਾ ਬੱਚਾ ਹੈ, ਇਸ ਕਰਕੇ ਕਹਿੰਦਾ ਜਲੂਲ ਆਉਣਾ। ਆਪ ਸਾਰੀਆਂ ਸੰਗਤਾਂ ਨੇ ਗੁਰੂ ਨਾਨਕ ਸਾਹਿਬ ਦੇ ਅਸਥਾਨ ਤੇ ਜ਼ਰੂਰ ਭਾਈ ਹਾਜ਼ਰੀਆਂ ਭਰਨ ਵਾਸਤੇ ਆਉਣਾ। ਜੀ ਆਇਆਂ ਨੂੰ। ਆਓ ਆਖਰੀ ਪੰਕਤੀਆਂ ਪੜ੍ਹ ਕੇ ਆਪਾਂ ਖਿਮਾ ਮੰਗੀਏ। ਕਹੈ ਨਾਨਕ ਸੁਨੋ ਸੰਤੋ, ਸ਼ਬਦ ਤਰਹੁ ਪਿਆਰੋ। ਸਾਚਾ ਨਾਮ ਮੇਰਾ ਆਧਾਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੇਰੇ ਪੰਜਾਬ ਗੁਰਬਾਣੀ YouTube ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਇਸ ਤੇ ਗੁਰਬਾਣੀ, ਸ਼ਬਦ ਕੀਰਤਨ ਤੇ ਇਤਿਹਾਸ ਨਾਲ ਵੱਧ ਤੋਂ ਵੱਧ ਜੁੜ ਕੇ ਆਨੰਦ ਮਾਣੋ ਤੇ ਆਪਣੀ ਜ਼ਿੰਦਗੀ ਨੂੰ ਸਫਲ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।